ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੰਜਲੀ ਜੀ ਧੰਨਵਾਦ ਤੁਹਾਡਾ। ਅੰਜੂ ਜੀ ਵੱਲੋਂ ਵੀ ਆਪ ਜੀ ਦਾ ਸਵਾਗਤ ਤੇ ਸਤਿ ਸ੍ਰੀ ਅਕਾਲ। ਔਰ ਸੁਣਾਓ, ਠੀਕ ਠਾਕ ਹੋ? ਹਾਂਜੀ ਬਿਲਕੁਲ ਚਾਵਲਾ ਸਾਹਿਬ, ਠੀਕ ਠਾਕ। ਮਾਨਯੋਗ ਭਾਰਤੀ ਸੁਪਰੀਮ ਕੋਰਟ ਐਕਸ਼ਨ ਦੇ ਵਿੱਚ ਹੈ ਔਰ ਬੜਾ ਇੱਕ ਮਤਲਬ ਉਹਨਾਂ ਦੀ ਜਿਹੜੀ ਹੈ ਇਸ ਵਕਤ ਦੇਸ਼ ਵਿਦੇਸ਼ ਦੇ ਵਿੱਚ ਸੋਸ਼ਲ ਨੈਟਵਰਕ ਕਮਿਊਨਿਟੀ ਦੇ ਕਾਫੀ ਇਸ ਚੀਜ਼ ਨੂੰ ਲੈ ਕੇ ਪ੍ਰਸ਼ੰਸਾ ਹੋ ਰਹੀ ਹੈ ਕਿ ਉਹਨਾਂ ਨੇ ਜਿਹੜਾ ਹੈ ਸਟੈਪ ਇਹਦੇ 'ਤੇ ਚੁੱਕਿਆ ਹੈ ਜੀ, ਐਕਸ਼ਨ ਲਿਆ ਹੈ। ਲਖੀਮਪੁਰ ਕਾਂਡ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਣ ਜਾ ਰਹੀ, ਕੀ ਕਹਿਣਾ ਚਾਹੋਗੇ? ਅਸਲ 'ਚ ਚਾਵਲਾ ਸਾਹਿਬ ਜਿਹੜੀਆਂ ਮੀਡੀਆ ਰਿਪੋਰਟਾਂ ਆਈਆਂ ਨੇ, ਰਿਪੋਰਟਾਂ ਦੇ ਦੌਰਾਨ ਉਹਨਾਂ ਨੇ ਸੁਪਰੀਮ ਕੋਰਟ ਨੇ ਇਹ ਸੰਗਿਆਨ ਲਿਆ, ਐਕਸ਼ਨ ਦੇ ਵਿੱਚ ਆਇਆ ਕਿ ਜਿਹੜਾ ਵੀ ਜੋ ਵੀ ਲਖੀਮਪੁਰ ਦੇ ਵਿੱਚ ਵਾਪਰ ਰਿਹਾ, ਜੋ ਦੋਸ਼ ਸਰਕਾਰ ਦੇ ਉੱਪਰ ਲੱਗ ਰਹੇ ਆ, ਉਹਨਾਂ ਤਹਿਤ ਕੋਈ ਕਾਰਵਾਈ ਹੋਵੇ। ਭਾਵੇਂ ਕਿ ਇਸ ਸੰਬੰਧ ਵਿੱਚ ਜਿਹੜੇ ਵਕੀਲ ਹੈਗੇ ਆ ਕਪਿਲ ਸਿੱਬਲ, ਉਹਨਾਂ ਨੇ ਵੀ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਲੈਟਰ ਭੇਜਿਆ ਸੀਗਾ ਕਿ ਤੁਹਾਨੂੰ ਇਸ ਸੰਬੰਧੀ ਸੰਗਿਆਨ ਲੈਣਾ ਚਾਹੀਦਾ, ਤੁਹਾਨੂੰ ਇਸ ਸੰਬੰਧੀ ਕੋਈ ਵੀ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਕਿ ਲੋਕਾਂ ਵਿੱਚ ਇਹ ਭਾਵਨਾ ਬਣੇ ਕਿ ਸੁਪਰੀਮ ਕੋਰਟ ਇਸ ਤਰ੍ਹਾਂ ਦੇ ਕੰਮ ਵੀ ਕਰਦੀ ਹੈ, ਪਹਿਲਾਂ ਕਰਦੀ ਰਹੀ ਹੈ। ਪਹਿਲਾਂ ਭਾਵੇਂ ਕਿ ਚਲੋ ਕਹਿੰਦੇ TV ਮੀਡੀਆ ਨਹੀਂ ਸੀਗਾ, ਹੋਰ ਕੋਈ ਮੀਡੀਆ ਨਹੀਂ ਸੀਗਾ, ਖਬਰਾਂ ਆਉਂਦੀਆਂ ਸੀਗੀਆਂ, ਖਬਰਾਂ ਦੇ ਨਾਲ ਹੀ ਮਾਨਯੋਗ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾਂ ਕੋਰਟਾਂ ਸੰਗਿਆਨ ਲੈਂਦੀਆਂ ਸੀਗੀਆਂ। ਹੁਣ ਸੁਪਰੀਮ ਕੋਰਟ ਨੇ ਇਹ ਲਿਆ, ਉਹਨਾਂ ਨੂੰ ਕੇਂਦਰ ਸਰਕਾਰ ਨੂੰ ਵੀ ਬੁਲਾਵੇਗੀ ਸੁਪਰੀਮ ਕੋਰਟ। ਅੱਜ ਦੀ ਸੁਣਵਾਈ ਹੋਣੀ ਹੈ ਤੇ ਇਹ ਕਿਉਂ ਉੱਥੇ ਮੰਤਰੀ ਦੇ ਉੱਪਰ ਦੋਸ਼ ਨਹੀਂ ਲੱਗੇ ਨੇ, ਦਰੜੇ ਗਏ ਕਿਸਾਨ, ਅੰਤਰਰਾਸ਼ਟਰੀ ਪੱਧਰ ਤੇ ਮੀਡੀਆ ਵਿੱਚ ਜੋ ਵੱਖ-ਵੱਖ ਤਰੀਕੇ ਨਾਲ ਸਰਕਾਰ ਦੀ ਕਿਰਕਰੀ ਹੋ ਰਹੀ ਆ, ਉਸ ਸੰਬੰਧੀ ਮਾਨਯੋਗ ਸੁਪਰੀਮ ਕੋਰਟ ਸੁਣਵਾਈ ਕਰੇਗਾ। ਅੱਜ ਸ਼ੁਰੂ ਹੋਣੀ ਹੈ ਚਾਵਲਾ ਸਾਹਿਬ ਜੀ। ਦੋਸਤੋ, ਅਗਰ ਤੁਹਾਡਾ ਕੋਈ ਸਵਾਲ ਹੈ 905 813 1320 905 813 ਸਾਡੇ ਬਹੁਤ ਸਾਰੇ ਜਿਹੜੇ ਸਾਇਲੈਂਟ ਲਿਸਨਰ ਨੇ, ਉਹਨਾਂ ਦੀ ਇੱਕ ਰਿਕੁਐਸਟ ਹੈ ਕਿ 30 ਤੋਂ 35 ਸੈਕਿੰਡ ਦਿਆ ਕਰੋ ਚਾਵਲਾ ਜੀ। ਸਵਾਲ ਸਿਰਫ ਆਪਣੇ ਜਿਹੜੇ ਨੇ ਉਹਨਾਂ ਨੂੰ ਕਾਲਰਸ ਨੂੰ ਕਿਹਾ ਕਰੋ ਕਿ ਸਵਾਲ ਰੱਖੋ ਜੀ, ਸਵਾਲ ਪੁੱਛੋ, ਪੱਤਰਕਾਰ ਦੇ ਕੋਲ ਸਵਾਲ ਪੁੱਛੋ ਤੇ ਤੁਸੀਂ ਹੈਂਗਅਪ ਕਰ ਦਿਓ ਤੇ ਫਿਰ ਤੁਸੀਂ ਸਵਾਲ ਦਾ ਜਵਾਬ ਸੁਣੋ। ਮੈਂ ਧੰਨਵਾਦੀ ਹੋਵਾਂਗਾ ਜੀ ਜੇ ਤੁਸੀਂ ਇਹ ਸਾਡੇ ਜਿਹੜੇ ਸਾਇਲੈਂਟ ਲਿਸਨਰਸ ਦੀ ਜਿਹੜੀ ਪੁਕਾਰ ਹੈ ਜਾਂ ਉਹਨਾਂ ਦੀ ਜਿਹੜੀ ਤੁਹਾਨੂੰ ਹਦਾਇਤ ਹੈ ਉਸ ਨੂੰ ਫੋਲੋ ਕਰੋਗੇ, ਧੰਨਵਾਦੀ ਹੋਵਾਂਗੇ। ਕਿਵੇਂ ਕੁਚਲਿਆ, ਕਿਵੇਂ ਦੱਬਿਆ ਸਿਰਫ ਸੱਤਾ ਹਥਿਆਉਣ ਵਾਸਤੇ। ਹਾਂਜੀ, ਜੇ ਅੱਜ ਅਸੀਂ ਜਨਰਲ ਐਡਵਾਇਰ ਨੂੰ ਗੱਲ ਜਲਿਆਂਵਾਲੇ ਬਾਗ ਦੀ ਗੱਲ ਕਰਦੇ, ਉਹਨਾਂ ਨੂੰ ਸਰੂਪਿਆ ਉਹ ਦੇਣ ਵਾਲੇ ਲਾਹਨਤਾਂ ਪੈਂਦੀਆਂ ਨੇ ਤੇ ਕਾਂਗਰਸ ਦੁੱਧ ਧੋਤੀ ਨਹੀਂ ਹੋ ਜਾਣੀ। ਕਾਂਗਰਸ ਦੇ ਰਾਜ ਦੇ ਵਿੱਚ ਦਿੱਲੀ ਦੀਆਂ ਗਲੀਆਂ ਦੇ ਵਿੱਚ ਕੁੱਤਿਆਂ ਨੇ ਦੇਸ਼ ਦੇ ਬਸ਼ਿੰਦਿਆਂ ਦਾ ਮਾਸ ਖਾਧਾ ਨੋਰਿਆ, ਧੀਆਂ ਨੂੰ ਨੰਗੀਆਂ ਕਰਕੇ ਉਹਨਾਂ ਦਾ ਬਲਾਤਕਾਰ ਕੀਤਾ ਗਿਆ। ਕਾਂਗਰਸ ਦੇ ਰਾਜ ਦੇ ਵਿੱਚ ਸੀ। ਮਾਫ ਕਰਨਾ, ਅੱਜ ਤੋਂ 1997 ਜਦੋਂ ਇਹ ਗੱਲ ਕਰਦੇ ਸਾਂ ਤਾਂ ਉਦੋਂ ਜਿੰਨੇ ਅੱਜ ਭਾਜਪਾ ਦੇ ਗੁਣ ਗਾਉਣ ਵਾਲੇ ਜਿਹੜੇ ਉਹਨਾਂ ਦੇ ਇੱਥੇ ਵੋਟਰ ਸਪੋਰਟਰ ਨੇ, ਉਹਨੂੰ ਉਦੋਂ ਕਾਂਗਰਸ ਦੇ ਹੁੰਦੇ ਸੀ ਤੇ ਉਹਨਾਂ ਨੂੰ ਇਹ ਪ੍ਰੋਗਰਾਮ ਚੰਗਾ ਨਹੀਂ ਸੀ ਲੱਗਦਾ ਰੰਗਲਾ ਪੰਜਾਬ। ਅੱਜ ਤੇ ਸ਼ਾਬਾਸ਼ ਦੇਣਾ ਚਾਹੁੰਦਾ ਮੈਂ, ਬਹੁਤ ਸਾਰੇ ਰੇਡੀਓ ਹੋਸਟ ਬੋਲਦੇ ਨੇ ਤੇ ਬੋਲਣਾ ਵੀ ਚਾਹੀਦਾ, ਸੱਚ ਨਾਲ ਖੜਨਾ ਚਾਹੀਦਾ। ਸੱਚ ਇਹੀ ਹੈ। ਇਹ ਇੱਕ ਨੌਟੰਕੀ ਨਹੀਂ ਤਾਂ ਲੱਗ ਰਹੀ। ਅੱਜ ਪ੍ਰਿਯੰਕਾ ਵਾਡਰਾ ਔਰ ਜਿਵੇਂ ਰਾਹੁਲ ਗਾਂਧੀ ਜਾਣਾ ਚਾਹੀਦਾ। ਇੰਨੀ ਲਾਲਾ ਜਿਨ੍ਹਾਂ ਦੇ ਮਰ ਗਏ ਉਹਨਾਂ ਨੂੰ ਤੁਸੀਂ ਜਫੀਆਂ ਪਾ ਕੇ ਆਪਣੀ ਰਾਜਨੀਤੀ ਚਮਕਾ ਰਹੇ ਹੋ। ਕੀ ਤੁਸੀਂ ਅੱਜ ਤੋਂ ਬਾਅਦ ਵੀ ਜਾ ਕੇ ਜਫੀਆਂ ਪਾ ਕੇ ਆਓਗੇ ਉਹਨਾਂ ਨੂੰ? ਹਫ਼ਤੇ ਬਾਅਦ ਵੀ ਜਾ ਕੇ ਪਾਓ, ਸਾਲ ਬਾਅਦ ਵੀ ਚੇਤੇ ਰੱਖੋਗੇ ਤੁਸੀਂ? ਅੱਜ ਦੁਸਹਿਰਾ ਫੇਰ ਆ ਚੱਲਿਆ। ਅੰਮ੍ਰਿਤਸਰ ਦਾ ਦੁਸਹਿਰਾ ਹੋਇਆ ਸੀ ਨਾ, ਜਿੱਥੋਂ ਹਾਲਾਂਕਿ ਕਸੂਰਵਾਰ ਕੋਈ ਨਹੀਂ ਸੀ ਉਹਦੇ ਵਿੱਚ। ਕਸੂਰਵਾਰ ਦੁਸਹਿਰਾ ਵੇਖਣ ਗਏ ਸੀ ਲੋਕ ਜਿਹੜੇ, ਉਹਨਾਂ ਨੂੰ ਨਹੀਂ ਪਤਾ ਵੀ ਰੇਲ ਦੀ ਪਟੜੀ ਤੇ ਰੇਲ ਗੱਡੀ ਨੇ ਐਨੀ ਟਾਈਮ ਆ ਜਾਣਾ। ਉੱਧਰ ਸ਼ੋਰ ਸ਼ਰਾਬਾ ਹੋ ਰਿਹਾ, DJ ਲੱਗਾ ਹੋਇਆ, ਕੰਨ ਪਾੜਵੀਂ ਆਵਾਜ਼ ਦੇ ਵਿੱਚ, ਤੇ ਗੱਡੀ ਆ ਗਈ ਨਾ। ਉੱਥੇ ਕਿਸੇ ਦਾ, ਉਹਦੇ ਵਿੱਚ ਕਿਸੇ ਦਾ ਨਹੀਂ ਮੈਂ ਦੋਸ਼ ਉਦੋਂ ਵੀ ਕਿਹਾ ਸੀ, ਮੈਂ ਅਸੀਂ ਉਸ ਗੱਲ ਤੇ ਸਟੈਂਡ ਕਰਦਾ। ਉਦੋਂ ਲਾਲਾ ਹੋ ਗਈ ਜੀ, ਸਿੱਧੂ ਨੇ ਕਿਹਾ ਤਾਂ ਮੈਂ ਆਹ ਕਰ ਦੂੰ, ਮੈਂ ਉਹ। ਕੋਈ ਕਿੱਥੇ ਗਏ ਵਾਅਦੇ? ਇਹ ਰਾਜਨੀਤਿਕ ਲੋਕ ਨੇ ਜ਼ਿਆਦਾ ਨੌਟੰਕੀ ਹੋਣ ਲੱਗ ਪਈ। ਕਾਨੂੰਨ ਨੂੰ ਆਪਣੇ ਤੌਰ ਤੇ ਕੰਮ ਕਰਨ ਦੇਣਾ ਚਾਹੀਦਾ। ਤੁਸੀਂ ਕੀ ਕਹਿਣਾ ਚਾਹੋਗੇ? ਸੌਰੀ, ਮੇਰੇ ਖਿਆਲ ਦੇ ਵਿੱਚ ਮੈਂ ਜ਼ਿਆਦਾ ਸਮਾਂ ਲੈ ਗਿਆ ਬੋਲਦੇ ਹਾਂ। ਕੀ ਕਹਿਣਾ ਚਾਹੋਗੇ ਤੁਸੀਂ? ਚਾਵਲਾ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ, ਭਾਜਪਾ ਸੇਮ ਗੱਲ ਇਹ ਆਖ ਰਹੀ ਆ। ਭਾਜਪਾ ਕਹਿ ਰਹੀ ਆ ਕਿ ਤੁਸੀਂ 84 ਦਾ ਭੁੱਲ ਗਏ, ਸਿੱਖਾਂ ਦੇ ਉੱਪਰ ਕਤਲੇਆਮ ਕੀਤਾ ਸੀਗਾ। ਪਰ ਮੇਰਾ ਹੋਰ ਤਰ੍ਹਾਂ ਦਾ ਇੱਥੇ ਵਿਚਾਰ ਹੈਗਾ, ਮੈਂ ਇਸ ਤੋਂ ਥੋੜਾ ਨਹੀਂ ਤੇ ਭਾਜਪਾ ਆਪਣੇ ਰਾਜ ਨੂੰ ਗੁਜਰਾਤ ਨੂੰ ਵੇਖ ਲਿਓ, ਉੱਥੇ ਕੀ ਹੋਇਆ ਸੀ ਇਹਨਾਂ ਦੇ ਰਾਜ ਦੇ ਵਿੱਚ, ਉਹ ਵੀ ਵੇਖ ਲੈਣ। ਇਹ ਸਭ ਇੱਕੋ ਹੀ ਆ, ਸਭ ਇੱਕੋ ਥਾਲੀ ਦੇ ਚੱਟੇ ਵੱਟੇ ਨੇ। ਜੇ ਦੇਸ਼ ਦੀ ਬੈਲੈਂਸ ਰੱਖਣਾ ਤੇ ਫਿਰ ਗੁਜਰਾਤ ਚੱਲ ਜਾਓ। ਤੇ ਜੋਗੀ ਦੇ ਰਾਜ ਤੇ ਪਹਿਲੀ ਵਾਰੀ ਥੋੜੀ ਹੋਇਆ, ਤੇ ਕਿਸਾਨਾਂ ਨਾਲ ਹੋ ਗਿਆ
ਬਹੁਤ ਅਹਿਮ ਹੈ। ਉੱਥੇ ਤੇ ਤੁਸੀਂ ਜੇ ਮੀਟ ਰਿੰਨਦੇ ਪਏ ਆ ਤਾਂ ਨਹੀਂ ਤੁਸੀਂ ਸੇਫ ਉੱਥੇ, ਵੀ ਪਤਾ ਨਹੀਂ ਅਗਲਾ ਬੱਕਰਾ ਲੈ ਕੇ ਆਇਆ, ਖਾਣਾ ਕੀ ਖਾਣਾ ਹੈ, ਸੁਣਿਆ ਬੀਫ ਖਾਣਾ, ਮਾਰ ਦਿੰਦੇ ਚੱਕ ਕੇ। ਰਿਪੋਰਟ 'ਚ ਮੁੜ ਕੇ ਆਉਂਦਾ ਬੱਕਰਾ ਰਿੱਝਿਆ ਸੀ। ਇਹ ਵੀ ਤਾਂ ਘਟਨਾਵਾਂ ਇਹਨਾਂ ਦੇ ਰਾਜ ਵੀ ਤਾਂ ਹੋ ਰਹੀਆਂ। ਇਹ ਕਿਹੜੇ ਦੁੱਧ ਧੋਤੇ ਨੇ? ਚਲੋ ਅੱਗੇ ਤੁਸੀਂ ਗੱਲ ਕਰੋ ਜੀ। ਚਾਵਲਾ ਸਾਹਿਬ ਜਾਣਾ ਚਾਹੀਦਾ, ਸਿਆਸੀ ਲੋਕਾਂ ਨੂੰ ਜਾਣਾ ਚਾਹੀਦਾ। ਕਿਉਂ ਜਾਣਾ ਚਾਹੀਦਾ? ਚਾਵਲਾ ਸਾਹਿਬ ਜਾਣਾ ਚਾਹੀਦਾ, ਬਿਲਕੁਲ ਉੱਥੇ ਦਰਦ ਬਤਾਉਣਾ ਚਾਹੀਦਾ। ਇਸ ਨੂੰ ਜੇ ਸਿਆਸਤ ਕਹਿੰਦੇ ਆ ਤਾਂ ਸਿਆਸਤ ਕੌਣ ਨਹੀਂ ਕਰਦਾ ਅੱਜ ਕੱਲ੍ਹ। ਕਿ ਭਾਜਪਾ ਵਾਲਾ ਜਿਹੜਾ ਕਿ ਸ਼ਰੇਆਮ ਉਹਦਾ ਬੇਟਾ ਹੈਗਾ, ਸ਼ਰੇਆਮ ਉਹ ਗੱਡੀ ਵਿੱਚ ਹੈਗਾ ਸੀ, ਉਹ ਕਹਿੰਦਾ ਹੈ ਨੀਗਾ। ਉਸ ਤੋਂ ਪਹਿਲਾਂ ਕਹਿੰਦਾ ਉਹ ਕਿ ਅਸੀਂ ਦੇਖ ਲਓ, ਅਸੀਂ ਤੁਹਾਡੇ ਕੋਲੇ ਅਸੀਂ ਦੇਖਾਂਗੇ, ਫਿਰ ਸੁਣ ਜਾਓ ਤੁਸੀਂ। ਗੱਲਾਂ ਜਿਹੜੇ ਭਾਜਪਾ ਵਾਲੇ ਕਰ ਰਹੇ ਨੇ, ਪ੍ਰਧਾਨ ਮੰਤਰੀ ਪਹਿਲਾਂ ਚਾਵਲਾ ਸਾਹਿਬ ਰਿਜ਼ਾਇਨ ਹੁੰਦੇ ਸੀਗੇ ਮੰਤਰੀਆਂ ਦੇ, ਜੇ ਮੰਤਰੀ ਦਾ ਅੱਡੀ ਬੜੀ ਨਾਂ ਆਉਂਦਾ ਜਿਹੜਾ ਰਿਜ਼ਾਇਨ ਹੁੰਦੇ ਸੀਗੇ ਕਾਂਗਰਸ ਸਰਕਾਰ ਦੇ ਵਿੱਚ। ਕੀ ਹੁਣ ਰਿਜ਼ਾਇਨ ਨਹੀਂ ਅੰਮ੍ਰਿਤ ਸਾਹਿਬ ਨੂੰ ਮਿਲਦਾ ਜਾ ਕੇ? ਉਹ ਜਿਹੜਾ ਮੰਤਰੀ ਹੈਗਾ ਉਹਨੂੰ ਕਹਿੰਦਾ ਕੋਈ ਗੱਲ ਨਹੀਂ, ਤੂੰ ਜਾਂਚ ਵਿੱਚ ਸਹਿਯੋਗ ਦੇ, ਕੋਈ ਰਿਜ਼ਾਇਨ ਦੇਣ ਦੀ ਲੋੜ ਨਹੀਂ ਹੈਗੀ। ਕਿਆ ਇਹ ਚੱਲ ਰਿਹਾ ਇੱਥੇ ਭਾਰਤ ਵਿੱਚ ਰਾਜਨੀਤੀ ਕੋਈ ਚਾਵਲਾ ਸਾਹਿਬ? ਏਦਾਂ ਦੀ ਨਹੀਂ ਹੋਣਾ। 84 ਦੇ ਕਤਲੇਆਮ ਨੂੰ ਅੱਗੇ ਰੱਖ ਕੇ ਆਪਾਂ ਅੱਜ ਦਾ ਜੋ ਨਰਸੰਹਾਰ ਹੋਇਆ ਉਹਨੂੰ ਮਾਫ ਨਹੀਂ ਕਰ ਸਕਦੇ। 84 ਦਾ ਕਤਲੇਆਮ ਹੋਇਆ ਉਸ ਨੂੰ ਭੁੱਲਦੇ ਨਹੀਂ, ਪਰ ਜਿਹੜਾ ਅੱਜ ਕੀਤਾ ਗਿਆ ਭਾਜਪਾ ਵੱਲੋਂ ਉਹ ਵੀ ਕੋਈ ਘੱਟ ਨਹੀਂ। ਜੇਕਰ 84 ਕਤਲੇਆਮ ਦੇ ਵੇਲੇ ਅਡਵਾਨੀ ਨੇ ਕਿਹਾ ਸੀ, ਅਸੀਂ ਕਿਹਾ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਉਹਨੂੰ, ਅਸੀਂ ਜ਼ੋਰ ਪਾਇਆ ਕਿ ਤੂੰ ਅਟੈਕ ਕਰ, ਇਹ ਤਾਂ ਭਾਜਪਾ ਵਾਲੇ ਸੀਗੇ ਚਾਵਲਾ ਸਾਹਿਬ। ਇਹਨਾਂ ਨੂੰ ਕਿਵੇਂ ਭੁੱਲ ਜੀ ਆਪਾਂ? ਭਾਜਪਾ ਵਾਲੇ ਸੀਗੇ, ਹੋਰ ਕਿਵੇਂ ਭੁੱਲ ਸਕਦੇ ਆਪਾਂ? ਭਾਜਪਾ ਦੀ ਸਰਕਾਰ ਅੱਜ ਹੈਗੀ ਆ, ਅੱਜ ਭਾਜਪਾ ਦੀ ਸਰਕਾਰ ਵੇਲੇ ਆਹ ਹਾਲਾਤ ਕਰਤੇ ਉਹਨਾਂ ਨੇ ਕਿ ਕਿਸਾਨਾਂ ਨੂੰ ਦਰੜ ਕੇ ਚਲਾ ਗਿਆ। ਐਡੀ ਤਾਂ ਕਰੂਰ ਤਾਂ ਬਿਲਕੁਲ ਨਹੀਂ। ਇਨੋਸੈਂਟ ਬੰਦੇ ਤੁਰੇ ਜਾ ਰਹੇ ਆ, ਪਿੱਛੋਂ ਕਾਰ ਆਉਂਦੀ ਹੈ, ਦਰੜਤਾ ਖਤਮ ਕਰਤਾ ਬੰਦਿਆਂ ਨੂੰ। ਇਹ ਕੋਈ ਜੇ ਜਾਂਦੇ ਰਾਜਨੀਤੀ ਵਾਲੇ ਬੰਦੇ ਉੱਥੇ ਤਾਂ ਮਾਮਲਾ ਲਾਈਮਲਾਈਟ ਜ਼ਿਆਦਾ ਆਇਆ। ਜੇ ਰਾਜਨੀਤੀ ਲੋਕ ਨਾ ਜਾਂਦੇ ਉੱਥੇ, ਨਾ ਮੀਡੀਆ ਵਿੱਚ ਆਉਂਦੇ ਤਾਂ ਲਾਈਮਲਾਈਟ 'ਚ ਆਉਣਾ ਤਾਂ ਪਹਿਲੇ ਦਬਾਉਣ ਲੱਗੇ ਉਹਨੇ। ਭਾਜਪਾ ਵਾਲੇ ਤਾਂ ਪਹਿਲੀ ਕਹਿੰਦੇ ਖੜਦਾ ਹੈ ਨਹੀਂ ਕੋਈ ਉੱਥੇ। ਜੇਕਰ ਰਾਜਨੀਤਿਕ ਲੋਕ ਜਾਣਗੇ ਉੱਥੇ, ਇਹ ਅਸਲ ਵਿੱਚ ਰਾਜਨੀਤੀ ਮਾੜੀ ਚੀਜ਼ ਨਹੀਂ ਹੈਗੀ। ਆਮ ਲੋਕਾਂ ਜਿਹੜਾ ਖੜਨਾ ਕੋਈ ਮਾੜੀ ਗੱਲ ਨਹੀਂ ਹੈਗੀ, ਜਾਣਾ ਚਾਹੀਦਾ ਉਹਨਾਂ ਨੂੰ। ਰਾਜਨੀਤਿਕ ਲੋਕਾਂ ਨੂੰ ਜਾਣ ਜੱਫੀ ਪਾਉਣੀ ਚਾਹੀਦੀ ਆ, ਇਹ ਕੋਈ ਮਾੜੀ ਗੱਲ ਨਹੀਂ, ਸਭ ਨੂੰ ਜਾਣਾ ਚਾਹੀਦਾ ਚਾਵਲਾ ਸਾਹਿਬ। ਪਰ 84 ਦੇ ਕਤਲੇਆਮ ਨੂੰ ਲੈ ਕੇ ਅਸੀਂ ਅੱਜ ਨੂੰ ਮਾਫ ਨਹੀਂ ਕਰ ਸਕਦੇ। ਉਸ ਟਾਈਮ ਬੀਜੇਪੀ ਵਾਲੇ ਕਿਹੜਾ ਘੱਟ ਸੀਗੇ, ਘੱਟ ਗਿਣਤੀ ਉਸ ਟਾਈਮ ਵੀ ਉਹਨਾਂ ਨੇ ਰਗੜਿਆ ਹੈਗਾ, ਕਿਹੜਾ ਘੱਟ ਰਗੜਾ ਜੇ ਗਏ ਨੇ ਚਾਵਲਾ ਸਾਹਿਬ। ਨਹੀਂ ਵੇਖੋ, ਗੱਲ ਇਹ ਆ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ ਹੈ ਕਿ ਉਦੋਂ ਭਾਜਪਾ ਐਡੀ ਸਟਰੋਂਗ ਨਹੀਂ ਸੀ। ਅੱਜ ਦਿੱਲੀ ਦੇ ਵਿੱਚ ਜਿਹੜੇ ਭਾਜਪਾ ਦੇ ਬਹੁਤ ਵੱਡੀ ਤਾਦਾਦ ਦੇ ਵਿੱਚ ਕਾਰਕੁਨ ਹੋਣਗੇ, ਹੋ ਸਕਦਾ ਕਿ ਉਹਨਾਂ ਦੇ ਪਿਓ ਦਾਦੇ ਨੇ ਵੀ ਸ਼ਮੀਆਂ ਗੰਡਾਸਾਂ ਜਾਂ ਜਿਹੜੀਆਂ ਨੇ ਹੋਰ ਚੀਜ਼ਾਂ ਦੇ ਨਾਲ ਉਸ ਵਕਤ ਜਿਹੜੇ ਕੌਣ ਸੀ, ਸਿੱਖ ਤਾਂ ਸਿੱਖ ਨੂੰ ਸੀ ਮਾਰ ਰਿਹਾ ਨਾ, ਸਿੱਖ ਤਾਂ ਸਿੱਖ ਨੂੰ ਨਹੀਂ ਸੀ ਮਾਰਿਆ। ਸਿੱਖਾਂ ਨੇ ਤਾਂ ਲਿਸਟ ਨਹੀਂ ਸੀ ਫੜਾਈ, ਪੀਪੇ ਨਹੀਂ ਸੀ ਫੜਾਏ ਤੇਲ ਵਾਲੇ ਭਰ ਕੇ, ਹਥਿਆਰ ਨਹੀਂ ਸੀ ਦਿੱਤੇ ਉਹਨਾਂ ਨੇ ਵੀ ਜਾ ਕੇ ਸਿੱਖਾਂ ਦੇ ਪੁੱਤਾਂ ਨੂੰ ਹੀ ਮਾਰ ਦਿਓ। ਉੱਥੇ ਕੌਣ ਸਨ ਦਿੱਲੀ ਦੇ ਵਿੱਚ ਰਹਿਣ ਵਾਲੇ? ਬਚਾਉਣ ਵਾਲੇ ਵੀ ਹਿੰਦੂ ਸਨ, ਤੇ ਉਹਦੇ ਵਿੱਚ ਕੌਣ ਵੱਡੀ ਤਾਦਾਦ ਦੇ ਵਿੱਚ ਕਿਹੜੇ ਸੀ? ਕਾਂਗਰਸੀ ਉਹਨਾਂ 'ਚ ਕਈ ਟੁੱਟ ਕੇ ਇੱਧਰ ਵੀ ਹੋਣਗੇ ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਾ। ਸੋ ਕਹਿਣ ਤੋਂ ਮੇਰਾ ਭਾਵ, ਮੈਂ ਗੁਜਰਾਤ ਵੀ ਨਾਲ ਲੈ ਕੇ ਗਿਆ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੀ ਹੈ ਰਾਜਨੀਤੀ ਜ਼ਿਆਦਾ ਹੋ ਰਹੀ ਹੈ। ਤੁਸੀਂ ਕਹਿੰਦੇ ਹੋ ਰਾਜਨੀਤੀ ਹੋਣੀ ਚਾਹੀਦੀ ਹੈ, ਮੈਂ ਵੀ ਕਹਿੰਦਾ ਹੋਣੀ ਚਾਹੀਦੀ, ਪਰ ਇੰਨੀ ਲੋੜ ਤੋਂ ਵੱਧ ਵੀ ਜਿਹੜੀ ਨਹੀਂ ਉਹ ਨਹੀਂ ਹੋਣੀ ਚਾਹੀਦੀ ਕਿ ਜਿਹਦੇ ਵਿੱਚ ਬਾਅਦ 'ਚ ਵੀ ਕੁਝ ਜਾਂ ਤੋਂ ਬਾਅਦ ਰਾਜਨੀਤੀ ਜ਼ਿਆਦਾ ਹੋ ਰਹੀ ਹੈ। ਤਾਂ ਠੀਕ ਆ, ਰਾਹੁਲ ਗਾਂਧੀ ਨੂੰ ਨਹੀਂ ਮਿਲਣ ਦਿੱਤਾ ਗਿਆ ਉੱਥੇ, ਇਹ ਤਾਂ ਗਲਤੀ ਬੀਜੇਪੀ ਸਰਕਾਰ ਦੀ ਹੈ, ਨਾ ਕਿ ਰਾਹੁਲ ਗਾਂਧੀ ਦੀ। ਤੁਹਾਨੂੰ ਯਾਦ ਹੋਣਾ ਕਿ ਪਿੱਛੇ ਜੇ ਯੂਪੀ ਦੇ ਵਿੱਚ ਹੀ ਇੱਕ ਧੀ ਦੇ ਨਾਲ ਬਲਾਤਕਾਰ ਹੋਇਆ ਸੀ, ਕਿਸ ਤਰੀਕੇ ਦੇ ਨਾਲ ਉਹ ਹਾਂਜੀ ਰਾਜਪੂਤਾਨਾ, ਤੇ ਕਿਵੇਂ ਮੀਡੀਆ ਨੂੰ ਰੋਕਿਆ ਗਿਆ, ਕਿਵੇਂ ਲਾਲਾ ਉਦੋਂ ਵੀ ਵਿਰੋਧੀਆਂ ਨੂੰ ਨਹੀਂ ਜਾਣ ਦਿੱਤਾ ਗਿਆ। ਅੱਜ ਉਸ ਪਰਿਵਾਰ ਦਾ 1 ਸਾਲ ਤੋਂ ਬਾਅਦ ਵੀ ਉਹ ਸਹਿਮੇ ਹੋਏ ਬੈਠੇ ਨੇ, ਕਿਸੇ ਨੇ ਜਾ ਕੇ ਹਾਲ ਚਾਲ ਪੁੱਛਿਆ ਉਹਨਾਂ ਦਾ ਨਹੀਂ। ਇਹ ਵੀ ਖਬਰਾਂ ਨਾਲ ਹੀ ਬਣਦੀ ਜਾ ਰਹੀਆਂ ਨੇ। ਲਓ ਜੀ, ਆਪਾਂ ਕਾਲਰ ਲੈ ਲੈਂਦੇ ਆ, ਸਾਡੇ ਨਾਲ ਨੇ, ਫਿਰ ਆਪਾਂ ਅਗਲਾ ਸਵਾਲ ਜਿਹੜਾ ਪੁੱਛਾਂਗੇ। ਵੈਲਕਮ ਜੀ। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਚਾਵਲਾ ਜੀ ਤੇ ਅਕੀਦਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ, ਇਹ ਪੋਲੀਟੀਸ਼ੀਅਨਾਂ ਨੇ ਤਾਂ ਇਹੀ ਕਰਨਾ ਆ, ਜਿਹੜਾ ਮਰਜ਼ੀ ਹੋ ਜਾਣ, ਆਪੋਜੀਸ਼ਨ ਨੇ ਉੱਥੇ ਜਾਣਾ ਹੀ ਜਾਣਾ ਹੈ, ਔਰ ਇਹਨਾਂ ਨੇ ਰੋਕਣਾ ਹੀ ਰੋਕਣਾ, ਠੀਕ ਹੈ। ਪਰ ਕਾਂਗਰਸ ਦੇ ਵਿੱਚ ਵੀ ਬਹੁਤ ਕੁਛ ਮਾੜਾ ਹੈ, ਬੀਜੇਪੀ ਦੇ ਵਿੱਚ ਵੀ ਬਹੁਤ ਕੁਛ ਮਾੜਾ ਹੈ, ਕੁਛ ਚੰਗਾ ਵੀ ਹੈ, ਕਿਸੇ ਦੇ ਵਿੱਚ ਕੁਛ ਚੰਗਾ, ਕਿਸੇ ਵਿੱਚ ਮਾੜਾ। ਪਰ ਇਹਨਾਂ ਨੇ ਰਾਜਨੀਤੀ ਹੀ ਕਰਨੀ ਹੈ, ਇਹਦੇ ਇਲਾਵਾ ਹੋਰ ਕੁਛ ਨਹੀਂ ਕਰਨਾ, ਨਾ ਇਹਨਾਂ ਕੋਲ ਹੈਗਾ ਤੇ ਨਾ ਕੁਛ ਹੋਣਾ ਹੈ। ਚਲੋ ਮਿਹਰਬਾਨੀ। ਨੰਬਰ 2 ਦੇ ਉੱਤੇ ਆਪਣਾ ਬੀਜੇਪੀ ਵਾਲੇ, ਆਪਣਾ ਕਾਂਗਰਸ ਦੇ ਦੋਵੇਂ ਆਪਣਾ ਮਿਨਿਸਟਰ ਉੱਥੇ ਚੀਫ ਮਿਨਿਸਟਰ ਗਏ ਨੇ, ਦੋਵਾਂ ਨੇ 50-50 ਲੱਖ ਦਾ ਅਨਾਉਂਸਮੈਂਟ ਕੀਤੀ ਹੈ ਕਿ ਉਹ ਸੰਨੀ ਸਾਹਿਬ 3 ਮਹੀਨਿਆਂ ਦੇ ਵਿੱਚ ਪਹਿਲੇ ਦੇ ਦੇਣਗੇ ਚੈੱਕ ਉਹਨਾਂ ਨੂੰ,
ਜਾਂ ਉਹ ਫਿਰ ਅਗਲੀ ਸਰਕਾਰਾਂ 'ਚ ਜਾਏਗਾ। ਜੀ ਮਿਹਰਬਾਨੀ ਜੀ। ਆਮ ਆਦਮੀ ਵਾਲੇ ਵੀ ਗਏ ਨੇ ਉੱਥੇ, ਇਕੱਲੇ ਉਹੀ ਨਹੀਂ ਗਏ, ਆਮ ਆਦਮੀ ਵੀ ਗਏ ਨੇ ਉੱਥੇ, ਉਹਨਾਂ ਨੂੰ ਵੀ ਰੋਕਿਆ ਗਿਆ, ਉਹਨਾਂ ਦੇ ਵੀ ਸੰਜੇ ਸਿੰਘ ਹੁਣਾਂ ਦੀ ਜਿਹੜੀਆਂ ਨੇ ਕਾਫੀ ਉੱਥੇ ਖਿਚਾਈ ਕੀਤੀ ਗਈ, ਸਾਰੇ ਤਕਰੀਬਨ ਪਹੁੰਚੇ ਨੇ ਔਰ ਪਹੁੰਚਣਾ ਵੀ ਚਾਹੀਦਾ ਸੀ, ਕੋਈ ਮਾੜੀ ਗੱਲ ਨਹੀਂ। ਪਰੰਤੂ ਜਿਸ ਤਰੀਕੇ ਨਾਲ ਬਹੁਤ ਵੱਡੀ ਤਾਦਾਦ ਦੇ ਵਿੱਚ ਇਸ ਨੂੰ ਜੀ ਪ੍ਰਿਅੰਕਾ ਨੂੰ ਉੱਥੇ ਕਰ ਦਿੱਤਾ ਜੀ, ਪ੍ਰਿਅੰਕਾ ਉਹ ਹੋ ਗਈ ਜੀ, ਪ੍ਰਿਅੰਕਾ ਨੇ ਆਹ ਕਰ ਲਿਆ ਜੀ, ਉਹ ਜਿਨ੍ਹਾਂ ਦੇ ਘਰੇ ਮਰਿਆ ਉਹਨਾਂ ਦੇ ਤੇ ਜਿਨ੍ਹਾਂ ਦੇ ਸੱਥਰ ਵਿਸ਼ੇ ਨੇ ਉਹਨਾਂ ਦੀ ਗੱਲ ਘੱਟ ਹੋਈ ਆ, ਜਿਹੜੀ ਕਿ ਅਸਲ 'ਚ ਹੋਣੀ ਚਾਹੀਦੀ ਸੀ। ਚਲੋ ਅਗਲੀ ਕਾਲ ਲੈ ਲਈ। ਜਿਹੜਾ ਅਸਲੀ ਮੁੱਦਾ ਸੀ, ਜਿਹੜੇ ਉੱਥੇ ਹੋਰ ਹਥਿਆਰ ਸੀ, ਜਿਹੜੀਆਂ ਹੋਰ ਚੀਜ਼ਾਂ ਸੀ, ਉੱਧਰਲੇ ਪਾਸੇ ਮੀਡੀਆ ਦਾ ਖਿਆਲ ਹੀ ਨਹੀਂ ਗਿਆ। ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ। ਠੀਕ ਹੈ, ਉਹ ਮਿਸਰਾ ਕਹਿ ਰਿਹਾ ਕਿ ਮੇਰੇ ਪੁੱਤ ਨੂੰ ਜਿਹੜਾ ਹੈ ਉਹ ਫਸਾਇਆ ਜਾ ਰਿਹਾ। ਸਵਾਲ ਅਗਲਾ ਕਰਾਂਗੇ, ਪਰੰਤੂ ਕਾਲਰ ਨੇ ਇੱਕ ਹੋਰ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੋਈ ਇਹਦੇ ਬਾਰੇ ਹੈਗਾ ਕਿ ਆਉਣ ਵਾਲਾ ਟਾਈਮ ਹੈ, ਜਿਹੜੇ 4 ਮਹੀਨਿਆਂ ਨੂੰ ਇਲੈਕਸ਼ਨਾਂ ਦਾ ਟਾਈਮ ਹੈ ਯੂਪੀ ਤੇ ਪੰਜਾਬ ਦੇ ਵਿੱਚ, ਸਿਰਫ ਨਿਗਾਹ ਉਸ ਤਰੀਕੇ ਨਾਲ ਸਾਰਾ ਕੁਝ ਦੇਖ ਰਹੇ ਆ। ਤੇ ਨਹੀਂ ਤੁਸੀਂ ਦੇਖ ਲਓ ਪੰਜਾਬ ਵਿੱਚ ਤੇ ਸਟੇਸ਼ਨ ਵਾਲੇ ਕਿੰਨੇ ਕੁ ਪੈਸੇ ਕਿਸਾਨਾਂ ਨੂੰ ਅੱਗੇ ਵੰਡੀ ਜਾਂਦੇ ਬੈਠੇ ਇੱਥੇ। ਤੇ ਦੂਸਰੀ ਗੱਲ ਤੁਸੀਂ ਕੀਤੀ ਹੈ ਵੀ 84 ਦੇ ਦੰਗੇ ਵਾਲੀ, ਉਹੀ ਪੰਜਾਬ ਦੇ ਲੋਕ ਆ ਜਿਨ੍ਹਾਂ ਨੇ MP ਵੱਧ ਤੋਂ ਵੱਧ ਕਾਂਗਰਸ ਦੇ ਜਾ ਰਹੇ ਉੱਥੇ, ਤੇ ਸਰਕਾਰਾਂ ਵੀ ਕਾਂਗਰਸ ਦੀਆਂ ਪੰਜਾਬ 'ਚ ਬਣਦੀਆਂ ਜੀ। ਬਹੁਤ ਮਿਹਰਬਾਨੀ। ਇਹ ਵੀ ਦੇਖਣ ਵਾਲੀ ਗੱਲ ਹੈ। ਖਿਆਲ ਰੱਖਿਓ, ਦੰਗੇ ਨਹੀਂ ਆ, ਸ਼ਰੇਆਮ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਜਿਵੇਂ ਇਹ ਗੱਡੀ ਚਾੜੀ ਗਈ ਨਾ, ਉਹ ਕਤਲੇਆਮ ਸੀਗਾ। ਉਹ ਸਿੱਖਾਂ ਦਾ ਨਰ ਸੰਘਾਰ ਸੀ। ਦੰਗੇ ਹੁੰਦੇ ਆ ਜਿਨ੍ਹਾਂ ਦੇ ਹੱਥਾਂ ਤੇ ਬਰਾਬਰ ਦੇ ਹਥਿਆਰ ਹੋਣ। ਹਾਂਜੀ ਕੀਤਾ ਸਾਹਿਬ, ਕੀ ਕਹਿਣਾ ਚਾਹੋਗੇ? ਬਿਲਕੁਲ, ਦੰਗੇ ਤਾਂ ਹੋ ਜਾਣਗੇ ਬਰਾਬਰ, ਦੋਵਾਂ ਧਿਰਾਂ ਦੇ ਬਰਾਬਰ ਦੇ ਹਥਿਆਰ ਹੋਣ। ਕਤਲੇਆਮ ਸੀਗਾ। ਨਾਲੇ ਚਾਵਲਾ ਸਾਹਿਬ, ਏਦਾਂ ਦੀ ਗੱਲ ਹੈ ਕਿ ਕੋਈ ਸਰਕਾਰਾਂ ਕੁਝ ਕਰਦੀਆਂ ਨਹੀਂ ਗੀਆਂ। ਜਿਹੜੇ ਕਿਸਾਨ ਸ਼ਹੀਦ ਹੋਏ ਨੇ ਮੋਰਚੇ ਦੌਰਾਨ, 147 ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਨੇ ਪੰਜਾਬ ਸਰਕਾਰ ਨੇ ਜੀ। ਅੱਛਾ, ਜਿਹੜੇ ਇਹ ਕਹਿੰਦੇ ਨੇ ਕਿ 50-50 ਲੱਖ ਆਰਡਰ ਕਰ ਅਨਾਉਂਸ ਕਰਕੇ ਆਏ ਨੇ, ਕੀ ਉਹ ਮਿਲ ਜਾਣਗੇ? ਖਾਸ ਤੌਰ ਤੇ ਅਨਾਉਂਸ ਹੋਇਆ ਚਾਵਲਾ ਸਾਹਿਬ, ਤਾਂ ਮਿਲੇਗਾ ਉਹਨਾਂ ਨੂੰ, ਐਸੀ ਗੱਲ ਨਹੀਂ ਹੈ। ਝੂਠਾ ਨਹੀਂ ਕੋਈ ਬੰਦਾ ਕਰਦਾ ਹੁੰਦਾ, ਬਣੀ ਕੋਈ ਜੀ। ਮਿਹਰਬਾਨੀ। ਟਕੈਤ ਸਾਹਿਬ ਨੇ ਇਹ ਵੀ ਕਹਿ ਦਿੱਤਾ ਕਿ ਸਿਰ ਦੇ ਪ੍ਰੋਗਰਾਮ ਸੁਣਿਆ ਹੋਣਾ ਤੁਸੀਂ, ਕਿ ਜਿਹੜਾ 50 ਲੱਖ ਆ ਸਾਨੂੰ ਤੁਸੀਂ ਆਪਣਾ ਐਡਰੈਸ ਦਿਓ, ਵਾਪਸ ਭੇਜ ਦਿਓ ਸਾਨੂੰ। ਇੱਕ ਮਿੰਟ ਹੋਰ ਰੱਖਿਓ ਜੀ, ਇੱਕ ਮਿੰਟ ਵੀਰੇ, ਕਿ ਅਸੀਂ ਤੁਹਾਨੂੰ ਇਹ 50 ਜਾਂ 45 ਲੱਖ ਇਸ ਕਰਕੇ ਨਹੀਂ ਸਮਝੌਤਾ ਕੀਤਾ ਕਿ ਤੁਸੀਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਛੱਡ ਦਿਓ, ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਉਹਨਾਂ ਨੂੰ ਸਜ਼ਾ ਦਿਓ ਤੇ ਉਹਨਾਂ ਦੇ ਮੁਕੱਦਮੇ ਦਰਜ ਹੋਵੋ। ਗ੍ਰਿਫਤਾਰੀਆਂ ਹੋਣਗੀਆਂ, ਹੋਣੀਆਂ ਵੀ ਚਾਹੀਦੀਆਂ ਨੇ। ਹਾਂਜੀ ਵੈਲਕਮ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਆਪਣੇ ਮੈਂ ਮਤਲਬ ਹਰ ਰੇਡੀਓ ਤੇ ਹਰ ਨਿਊਜ਼ ਚੈਨਲ ਤੇ ਤੁਸੀਂ ਵੀ ਇਹੀ ਚੀਜ਼ ਕਹਿ ਰਹੇ ਹੋ ਕਿ ਸਿਆਸੀ ਪਾਰਟੀਆਂ ਉੱਥੇ ਜਾ ਕੇ ਜਾਂ ਆਪੋਜੀਸ਼ਨ ਉੱਥੇ ਜਾ ਕੇ ਸਿਆਸਤ ਕਰ ਰਹੇ ਆ, ਪਰ ਆਪੋਜੀਸ਼ਨ ਦਾ ਇੱਕ ਫਰਜ਼ ਨਹੀਂ ਬਣਦਾ ਉੱਥੇ ਪਹੁੰਚਣਾ? ਜਿੱਥੇ ਵੀ ਇਹ ਜੀ ਕੋਈ ਘਟਨਾ ਹੁੰਦੀ ਆ ਜਾਂ ਕੁਝ ਵੀ ਹੁੰਦਾ, ਤੇ ਆਪੋਜੀਸ਼ਨ ਦਾ ਫਰਜ਼ ਨਹੀਂ ਹੁੰਦਾ ਉੱਥੇ ਪਹੁੰਚਣਾ ਜੀ? ਆਪਾਂ ਨੂੰ ਉਸ ਨਜ਼ਰੀਏ ਨਾਲ ਕਿਉਂ ਨਹੀਂ ਦੇਖ ਰਹੇ? ਆਪਾਂ ਉਦੋਂ ਦੇ ਨਹੀਂ ਦੇਖੋ, ਜਿਹੜੀ ਗੱਲ ਹੈ ਨਾ, ਜਿਹੜੀ ਜ਼ਿਆਦਾ ਉਭਾਰੀ ਜਾ ਰਹੀ ਹੈ ਉਹ ਇਹ ਚੀਜ਼ ਹੈ ਜੀ, ਜ਼ਿਆਦਾ ਉਭਾਰੀ ਇਹ ਚੀਜ਼ ਆ ਰਹੀ ਜਿਹੜੀ ਕਿ ਅਸਲੀ ਨਾ ਦਿੰਦਾ ਜੀ। ਇਹ ਹੋ ਸਕਦਾ ਕਿ ਜੇ ਆਪੋਜੀਸ਼ਨ ਉੱਥੇ ਪਹੁੰਚੀ ਜਾਂ ਬਾਕੀ ਪਾਰਟੀਆਂ ਉੱਥੇ ਪਹੁੰਚੀਆਂ ਤਾਂ ਇਹ ਮੁੱਦਾ ਇੰਨਾ ਹੋ ਗਿਆ, ਨਹੀਂ ਤਾਂ ਹੋ ਸਕਦਾ ਜੇ ਜੋ ਆਪਾਂ ਦੇਖ ਰਹੇ ਹਾਂ ਅੱਜ ਕੱਲ੍ਹ ਉੱਥੋਂ ਦੀ ਮੀਡੀਆ ਦਾ ਹਾਲ, ਹੋ ਸਕਦਾ ਗੱਲ ਹੀ ਨਾ ਬਾਹਰ ਆਉਂਦੀ ਜੀ ਇੰਨੀ। ਮਤਲਬ ਜੋ ਆਹ ਉੱਥੇ ਕਤਲੇਆਮ ਹੋਇਆਗਾ, ਜੋ ਹੋਇਆਗਾ, ਹੋ ਸਕਦਾ ਉਹਨਾਂ ਉਹ ਤੁਸੀਂ ਉਸ ਮੀਡੀਆ ਨੂੰ ਛੱਡੋ ਜੀ। ਉੱਥੇ ਸਾਰਾ ਮੀਡੀਆ ਮਰਿਆ ਨਹੀਂ ਤੇ ਸਾਰਾ ਵਿਕਾਊ ਨਹੀਂ, ਸਾਰਾ ਦਲਾਲ ਇੱਥੇ ਵੀ ਨਹੀਂ ਤੇ ਉੱਥੇ ਵੀ ਨਹੀਂ। ਇੱਥੇ ਵੀ ਜਾਗਦੀ ਜ਼ਮੀਰ ਵਾਲੇ ਹੈਗੇ ਨੇ, ਤੇ ਜਿਹੜੇ ਦਲਾਲ ਨੇ ਨਾ ਜੀ, ਉਹਨਾਂ ਦਾ ਪਤਾ ਲੱਗ ਜਾਂਦਾ ਹੁੰਦਾ ਉਹ ਕਿੱਥੋਂ ਬੋਲਦਾ, ਕਿਵੇਂ ਬੋਲਦਾ। ਗੱਲ ਇਹ ਹੈ ਕਿ ਜਿਹੜੀ ਅਸਲੀ ਕਹਾਣੀ ਹੈ ਉਸਨੂੰ ਅਜੇ ਪੂਰਾ ਹੋਰ ਉਜਾਗਰ ਕਰਕੇ ਮੀਡੀਆ ਨਹੀਂ ਦਿਖਾ ਰਿਹਾ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਪਰ ਜਿਸ ਤਰੀਕੇ ਦੇ ਨਾਲ ਸਰਕਾਰ ਨੂੰ ਵੀ ਚਾਹੀਦਾ ਸੀ ਵੱਧ ਤੋਂ ਵੱਧ ਕੀ ਕਰ ਲੈਂਦੀ ਉੱਥੇ। ਪ੍ਰਿਅੰਕਾ ਵਾਡਰਾ ਪਰਿਵਾਰ ਨੂੰ ਮਿਲ ਕੇ ਵਾਪਸ ਆ ਜਾਂਦੀ। ਹੁਣ ਵੀ ਤਾਂ ਆਈ ਹੈ, ਧਾਰਾ 144 ਲਾ ਦਿੰਦੇ ਉਸ ਏਰੀਏ 'ਚ। 2 ਜਣੇ ਜਾ ਸਕਦੇ ਆ, ਨਹੀਂ ਚੱਲ ਜਾਓ ਤੁਸੀਂ, 4 ਜਣੇ ਜਾ ਸਕਦੇ, ਚੱਲ ਜਾਓ ਤੁਸੀਂ। ਤੁਹਾਨੂੰ ਲੱਗਦਾ ਨਹੀਂ ਕਿ ਭਾਜਪਾ ਨੇ ਉਹਨਾਂ ਨੂੰ ਸਗੋਂ ਰੋਕ ਕੇ ਜ਼ਿਆਦਾ ਇਸ ਨੂੰ ਜਿਹੜਾ ਇਸ ਚੀਜ਼ ਨੂੰ ਜ਼ਿਆਦਾ ਉਭਾਰ ਦਿੱਤਾ? ਕੀ ਕਰ ਲੈਂਦੀ ਪ੍ਰਿਅੰਕਾ ਵਾਡਰਾ? 2 ਜਣੇ ਚੱਲੇ ਸੀ, ਚੱਲ ਜਾਂਦੇ ਪਰਿਵਾਰ ਨੂੰ ਮਿਲ ਕੇ, ਕਿ ਧਾਰਾ 144 ਲੱਗ ਜਾਂਦੀ। ਨਹੀਂ ਆਉਣ ਦੇਣਾ ਜੀ। ਪਰਿਵਾਰ ਮੁਖੀ ਚੱਲੇ, ਪਾਰਟੀ ਚੱਲੀ ਆ ਮਿਲਣ ਵਾਸਤੇ, ਪਾਰਟੀ ਹੈ ਕਿਸਮ ਦੀ, ਉਹ ਵੱਡੇ ਵੱਡੇ ਫੈਸਲੇ ਲੈਂਦੇ ਨੇ। 4 ਜਣੇ ਜਾ ਸਕਦੇ ਸੀ। ਹੁਣ ਸਿੱਧੂ ਸਾਹਿਬ ਕਹਿੰਦੇ ਨੇ ਕਿ ਮੈਂ ਜਾਊਂਗਾ ਇੰਨੇ 1000 ਵਹੀਕਲ ਲੈ ਕੇ। ਇਹ ਵੀ ਤਾਂ ਕਹਿ ਰਹੇ ਨੇ ਇੰਨੇ, ਜੇ ਉਹ ਯੂਪੀ ਲੰਘ ਜਾਂਦੇ, ਜੇ ਇੱਧਰ ਹਰਿਆਣਾ ਲੰਘ ਜਾਣਗੇ ਸੁਖਾਣਾ, ਫਿਰ ਯੂਪੀ ਲੰਘ ਜਾਣਗੇ ਉੱਥੇ ਜਾ ਕੇ, ਤੇ ਕੀ ਕਰਨਗੇ ਆਪਣਾ? ਸਿਰਫ ਹੁਣ ਇਹਨਾਂ ਨੇ ਹੁਣ ਤਾਂ ਉੱਥੇ ਹੁਣ ਸਿਰਫ ਇੱਕ ਬਾਹੂਬਲੀ ਦਿਖਾਉਣਾ ਨਾ, ਹਾਥੀ ਕੇ ਪਾਉ ਮੈਂ ਸਭ ਕਾ ਪਾਉ। ਤੁਹਾਡੇ ਜਾ ਆਏ ਨੇ ਉੱਥੇ, ਆਪਣੇ ਰਾਹੁਲ ਗਾਂਧੀ ਜਾ ਆਏ ਨੇ, ਪ੍ਰਿਅੰਕਾ ਗਾਂਧੀ ਜਾ ਆਏ ਨੇ, ਹੁਣ ਮਿਲ ਆਏ ਨੇ ਪਰਿਵਾਰ ਨੂੰ। ਹੁਣ ਜਿਹੜਾ ਇੰਨੇ 1000 ਵਹੀਕਲ ਲੈ ਕੇ ਜਾਣਾ ਉਹ ਕੀ ਆ?
ਕਿ ਹੁਣ ਉਸੇ ਵੇਲੇ ਕਿਤੇ ਇਨਸਾਫ ਮਿਲ ਜਾਏਗਾ? ਇੱਕ ਬੜੀ ਵੱਡੀ ਸੋਚਣ ਤੇ ਵਿਚਾਰਨ ਵਾਲੀ ਗੱਲ ਆਪਣੀ। ਸਾਹਿਬ ਦੇਖੋ, ਇਹਨੇ ਤੇ ਅਜੇ ਮਿਸ਼ਰਾ ਦੇ ਦਾ ਬਿਆਨ ਲਗਾਤਾਰ ਆ ਰਹੇ ਨੇ ਕਿ ਸਾਨੂੰ ਫਸਾਇਆ ਜਾ ਰਿਹਾ, ਸਾਜ਼ਿਸ਼ ਤਹਿਤ ਵਿਰੋਧੀ ਸਾਨੂੰ ਫਸਾ ਰਹੇ ਆ। ਤੇ ਤੁਹਾਡੀ ਗੱਲ ਵੀ ਸਹੀ ਹੈ ਕਿ ਉਹਨਾਂ ਦੀਆਂ ਵੀਡੀਓ, ਉਹਨਾਂ ਦੇ ਸਾਰਾ ਪਹਿਲਾਂ ਜੋ ਕਿਹਾ ਕਿ ਜਿਹੜੀ ਕੌਂਸਪੀਰੇਸੀ ਕੀਤੀ ਹੈ ਪਹਿਲਾਂ ਉਹਨਾਂ ਨੇ, ਜਿਵੇਂ ਭਾਜਪਾ ਦੇ ਆਗੂ ਕਰਦੇ ਆ, ਜਿੱਦਾਂ ਦਿੱਲੀ ਦੇ ਵਿੱਚ ਦੰਗੇ ਹੋਏ ਆ ਫਰਵਰੀ 2020 ਦੇ ਵਿੱਚ, ਤੇ ਉਦੋਂ ਵੀ ਜਿਹੜਾ ਇੱਕ ਉੱਥੇ ਉਹ ਵੀ ਲਿਖਾ ਮਿਸ਼ਰੀ ਸੀਗਾ, ਉਸ ਨੇ ਕਿਹਾ ਕਿ ਅਸੀਂ ਫਿਰ ਪਿੱਛੇ ਨਹੀਂ ਹਟਾਂਗੇ, ਤੇ ਉਹ ਫਿਰ ਉਦੋਂ ਦੰਗੇ ਹੋ ਗਏ ਸੀ ਬਾਅਦ ਵਿੱਚ। ਇਸੇ ਤਰ੍ਹਾਂ ਇੱਥੇ ਵੀ ਇਸੇ ਮਿਸ਼ਰਾ ਨੇ, ਅਜੇ ਮਿਸ਼ਰਾ ਨੇ ਕਿਹਾ ਕਿ ਅਸੀਂ ਦੇਖਾਂ, ਸੁਧਰ ਜਾਓ ਪਹਿਲਾਂ ਤੁਸੀਂ, ਫਿਰ 3-4 ਦਿਨਾਂ ਬਾਅਦ ਇਹ ਕਾਂਡ ਵਾਪਰ ਗਿਆ। ਹੁਣ ਇਹ ਕੌਂਸਪੀਰੇਸੀ ਦੀ ਤਾਂ ਹੋਰ ਕੀ ਆ, ਅੰਦਰ ਹੋਣਾ ਚਾਹੀਦਾ ਸੀਗਾ ਅਜੇ ਮਿਸ਼ਰਾ, ਪਰ ਨਹੀਂ ਹੋਇਆ। ਪਰ ਉਹ ਇਸ ਗੱਲ ਨੂੰ ਲੈ ਕੇ ਬੜਾ ਹੀ ਜ਼ੋਰਦਾਰ ਤਰੀਕੇ ਨਾਲ ਗੱਲ ਕਰ ਰਿਹਾ ਕਿ ਮੈਨੂੰ ਫਸਾਇਆ ਜਾ ਰਿਹਾ। ਹੁਣ ਉਹ ਗੱਲ ਭੁੱਲ ਰਿਹਾ ਕਿ ਪਹਿਲਾਂ ਕਹਿੰਦਾ ਕਿ ਮੇਰਾ ਪਿਛੋਕੜ ਤੁਸੀਂ ਜਾਣਦੇ ਨਹੀਂ ਗਏ, ਪਿਛੋਕੜ ਦੱਸਦਾ ਲੱਖ ਮੀਡੀਆ ਨੇ ਕੀ ਪਿਛੋਕੜ ਆ ਉਹਦਾ ਸਾਰਾ ਕੁਛ ਹੀ। ਤੇ ਇਹ ਫਸਾਉਣ ਦੀ ਗੱਲ ਉਹ ਬਾਰ-ਬਾਰ ਕਹਿ ਰਹੇ ਨੇ। ਚਾਵਲਾ ਸਾਹਿਬ ਅੰਮ੍ਰਿਤ ਸ਼ਾਹ ਨੂੰ ਮਿਲੇ ਆ, ਅੰਮ੍ਰਿਤ ਸ਼ਾਹ ਨੇ ਵੀ ਗੱਲ ਕਹਿ ਕੇ ਆਇਆ, ਅੰਮ੍ਰਿਤ ਸ਼ਾਹ ਨੇ ਉਹਨੂੰ ਬੜੀ ਥਾਪੜ ਵੀ ਦੇ ਕੇ ਕੋਈ ਗੱਲ ਨਹੀਂ, ਤੂੰ ਜਾ ਆਪਣਾ ਸੰਭਾਲ ਆਪਣੇ ਆਪ ਨੂੰ ਭੇਜਤਾ। ਇਹ ਭਾਜਪਾ ਦੀ ਇਹ ਜਿਹੜੀ ਗੱਲ ਹੈਗੀ ਆ, ਇਹ ਪੂਰੇ ਭਾਰਤੀਆਂ ਦੇ ਹਜਮ ਨਹੀਂ ਹੋ ਰਹੀ। ਉਹ ਗੱਲ ਵਾਖਾਂਗੇ ਭਗਤਾਂ ਦੀ ਤਾਂ ਗੱਲ ਹੀ ਨਾਲੀ ਹੈਗੀ ਆ, ਉਹ ਤਾਂ ਕਹਿ ਰਹੇ ਨੇ ਜੋ ਕੀਤਾ ਠੀਕ ਕੀਤਾ। ਅੱਛਾ, ਗੱਲ ਇਹ ਆ ਕਿ ਜਿਹੜੀ ਹੁਣ ਭਾਜਪਾ ਦੀ ਦੋਹਰੀ ਨੀਤੀ ਦੀ ਤੁਸੀਂ ਗੱਲ ਕੀਤੀ, ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਜਿਹੜੀ ਭਾਜਪਾ ਬੜੀ ਸ਼ਾਂਤ ਆ, ਚੁੱਪ ਹੈ, ਹਾਂਜੀ ਕੋਈ ਬਿਆਨ ਨਹੀਂ, ਪਰ ਸਿੱਖਾਂ ਦੇ ਨਾਲ ਜਿਹੜੀ ਹੈ 1984 ਦੇ ਉਸ ਨਰਸੰਹਾਰ ਨੂੰ ਲੈ ਕੇ, ਦਰਬਾਰ ਸਾਹਿਬ ਦੇ ਅਟੈਕ ਨੂੰ ਲੈ ਕੇ, ਜਾਂ ਦਿੱਲੀ ਦੇ ਕਤਲੇਆਮ ਨੂੰ ਲੈ ਕੇ ਬੜਾ ਜਿਹੜਾ ਹੌਸਲਾ ਜਤਾਇਆ ਦਿਖਾਇਆ ਜਾ ਰਿਹਾ। ਪਰ ਭੁੱਲ ਗਏ, ਜਿਵੇਂ ਤੁਸੀਂ ਗੱਲ ਕਹੀ ਹੈ ਕਿ ਲਾਲ ਕ੍ਰਿਸ਼ਨ ਅਡਵਾਨੀ ਜੀ, ਮੈਂ ਨਹੀਂ ਕਹਿੰਦਾ, ਉਹ ਆਪਣੀ ਬੁੱਕ ਦੇ ਵਿੱਚ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਸੀ। ਉਦੋਂ ਇਹ ਲਫ਼ਜ਼ ਇਸ ਕਰਕੇ ਵਰਤਣਾ ਪਿਆ ਕਿਉਂਕਿ ਉਸ ਵਕਤ ਦੀ ਕਾਂਗਰਸ ਦੀ ਦੇਸ਼ ਦੀ ਪ੍ਰਧਾਨ ਮੰਤਰੀ ਦੀ ਖੇਡੀ ਹੋਈ ਉਹ ਜਿਹੜੀ ਗੀਟੀ ਸੀ, ਉਹਨੂੰ ਰਾਸ ਆਈ, ਅਕਾਲ ਤਖਤ ਸਾਹਿਬ ਦੇ ਉੱਤੇ ਟੋਪਾਂ ਤੇ ਇੰਕਾਂ ਦੇ ਨਾਲ ਹਮਲਾ ਹੋਇਆ, ਜਿੰਨੀ ਉਹਨੂੰ ਦੂਜੇ ਤਬਕੇ ਦੀ ਵੋਟ ਮਿਲਣੀ ਸੀ ਉਹ ਮਿਲੀ, ਤੇ ਉੱਤੇ ਭਾਜਪਾ ਜਿਹੜੀ ਸੀ ਤਿਲ ਮਿਲਾ ਗਈ। ਤਿਲ ਮਿਲਾਉਂਦੇ ਮਿਲਾਉਂਦੇ ਲਾਲ ਕ੍ਰਿਸ਼ਨ ਅਡਵਾਨੀ ਉਸ ਵਕਤ ਅੱਖ ਰੱਖ ਰਿਹਾ ਸੀ ਦਿੱਲੀ ਦੇ ਤਖਤ ਦੇ ਉੱਤੇ। ਉਹਨੂੰ ਕੀ ਪਤਾ ਸੀਗਾ ਕਿ ਮੈਂ ਜਿਹੜਾ ਬੂਟਾ ਲਾ ਰਿਹਾ, ਉਸ ਬੂਟੇ ਦੀ ਮੈਨੂੰ ਛਾਂ ਵੀ ਨਹੀਂ ਮਿਲਣੀ, ਕਿਤੇ ਫਲ ਵੀ ਨਹੀਂ ਮਿਲਣਾ, ਕਿਤੇ ਮੈਨੂੰ ਰਿਉੜੀਆਂ ਵੀ ਗਿੜਕਿੜੀ ਵੀ ਨਹੀਂ ਮਿਲਣੀ। ਉਹਦੇ ਉੱਤੇ ਉਹਨੇ ਇਹ ਕਿਹਾ ਕਿ ਇਹ ਸਾਰਾ ਕ੍ਰੈਡਿਟ ਲਈ ਜਾਂਦੀ ਹੈ, ਕਿਉਂ ਨਾ ਇਹ ਬਿਆਨ ਦਿੱਤਾ ਜਾਵੇ। ਇਹੋ ਜਿਹੇ ਬਿਆਨ ਸੋਚ ਸਮਝ ਕੇ ਦਿੱਤੇ ਜਾਂਦੇ ਨੇ। ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਉਹ ਕਿਹਾ ਕਿ ਸਿੱਖਾਂ ਵਾਸਤੇ ਜੇ ਹਮਦਰਦੀ ਦੇ ਮਗਰਮੱਛ ਦੇ ਜੇ ਹੰਝੂ ਭਾਜਪਾ ਰੋ ਰਹੀ ਹੈ, ਤਾਂ ਤੁਹਾਡੇ ਬਾਪੂ ਅਡਵਾਨੀ ਜੀ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਨੂੰ ਅਸੀਂ ਮਜਬੂਰ ਕੀਤਾ। ਮਤਲਬ ਜੇ ਇੱਕ ਕਾਤਲ ਹੈ ਤਾਂ ਕਾਤਲ ਨੂੰ ਸ਼ਹਿ ਦੇਣ ਵਾਲਾ, ਪਨਾਹ ਦੇਣ ਵਾਲਾ ਵੀ ਉਹਨਾਂ ਗੁਨਾਹਗਾਰ ਹੈ। ਤੇ ਅੱਜ ਤੁਹਾਡੇ ਇਹ ਅਥਰੂ ਜਿਹੜੇ ਨੇ ਕਿਸੇ ਕੰਮ ਦੇ ਨਹੀਂ। ਹੁਣ ਇੱਥੇ ਬੈਲੈਂਸ ਹੋ ਗਿਆ, ਸ਼ਾਇਦ ਕਿਸੇ ਨੂੰ ਚੰਗਾ ਲੱਗੇ, ਕਿਸੇ ਨੂੰ ਨਾ ਚੰਗਾ ਲੱਗੇ। ਇਹ ਸੱਚਾਈ ਹੈ, ਇਹ ਸੱਚਾਈ ਹੈ। ਔਰ ਦੂਜੇ ਪਾਸੇ ਜਿਹੜੀ ਲਖੀਮਪੁਰ ਮਾਮਲੇ ਦੇ ਵਿੱਚ ਜਿਹੜੀ ਹੈ ਇਹ ਭਾਜਪਾ ਦੀ ਚੁੱਪ, ਸੋਸ਼ਲ ਮੀਡੀਆ ਤੇ ਸਿੱਖਾਂ ਨਾਲ ਹਮਦਰਦੀ, ਇਹਦਾ ਜਵਾਬ ਇਹ। ਅੱਛਾ, ਜੇ ਹੁਣ ਮਸਲਾ ਇਹ ਗੰਭੀਰ ਹੁੰਦਾ ਜਾ ਰਿਹਾ, ਦੂਜੇ ਪਾਸੇ ਜੇ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਕੇਂਦਰੀ ਮੰਤਰੀ, ਜਿਸ ਨੂੰ ਤੁਸੀਂ ਕਿਹਾ ਕਿ ਥਾਪੜਾ ਦੇ ਕੇ ਤੋੜ ਦਿੱਤਾ ਹੈ ਅਮਿਤ ਸ਼ਾਹ ਨੇ, ਵੀ ਜਾ ਕੰਮ ਕਰ, ਕੋਈ ਨਹੀਂ, 2-4 ਕੀੜੀਆਂ ਮਕੌੜੀਆਂ ਹੀ ਨੇ, ਮਰ ਗਈਆਂ, ਫਿਰ ਕੀ ਹੋਇਆ, 2 ਦਿਨ ਰੌਲਾ ਪਾਉਣਗੇ, ਤੇ ਪੁੱਤਰ ਨੂੰ ਤੁਰੰਤ ਗ੍ਰਿਫਤਾਰ ਕਰੇ, ਉਹਨਾਂ ਨੇ ਕਿਹਾ ਕੇਂਦਰੀ ਮੰਤਰੀ ਤੇ ਉਸਦੇ ਪੁੱਤਰ ਨੂੰ, ਯੂਪੀ ਪੁਲਿਸ, ਨਹੀਂ ਤਾਂ ਸੰਘਰਸ਼ ਤੇਜ਼ ਹੋਵੇਗਾ। ਅਜੇ ਕੁਝ ਹੋਰ ਘਟਨਾਵਾਂ ਵੀ ਵਾਪਰ ਸਕਦੀਆਂ, ਜਾਨਾਂ ਹੋਰ ਵੀ ਜਾ ਸਕਦੀਆਂ। ਕੀ ਕਹਿਣਾ ਚਾਹੋਗੇ? ਕਿਉਂਕਿ ਮੋਰਚਿਆਂ ਦੇ ਵਿੱਚ ਪਤਾ ਥੋੜੀ ਕਿਹੜੇ ਵੇ, ਹੁਣ ਪਤਾ ਸੀਗਾ ਵੀ ਗੱਡੀਆਂ ਚਾੜ ਦੇਣੀਆਂ ਇਹਨਾਂ ਤੇ, ਇਹ ਤੇ ਸਿਰਫ ਆਪਣਾ ਰੋਸ ਵਿਖਾਵਾ ਹੀ ਕਰਨ ਗਏ ਸੀ ਨਾ ਉੱਥੇ। ਕਿਉਂ ਕੀ ਦੱਸਾਂ? ਹਾਂ ਜੀ ਚਲੋ ਸਭ ਅਸਲ 'ਚ ਨਾ ਜਿਹੜਾ ਤਾਂ ਤੁਸੀਂ ਕਿਹਾ ਵੀ ਪੰਜਾਬ ਦੀ ਭਾਜਪਾ ਚੁੱਪ ਹੈਗੀ ਆ, ਸ਼ਾਂਤ ਹੈਗੀ ਆ, ਸੋਸ਼ਲ ਮੀਡੀਆ ਦੇ ਉੱਪਰ ਉਹ ਪੋਸਟਰ ਲਾ ਕੇ ਆਪਣੀਆਂ ਜਿਹੜੀਆਂ ਪੋਸਟਾਂ ਪਾਏ ਜਾ ਰਹੇ ਨੇ। ਬੀਜੇਪੀ ਦਾ ਪੰਜਾਬ ਭਾਜਪਾ ਦਾ ਇੱਕ ਪੇਜ ਹੈਗਾ, ਉਹਦੇ ਵਿੱਚ ਵੱਡੇ ਪੱਧਰ ਤੇ 84 ਦੇ ਕਤਲੇਆਮ ਦੀਆਂ ਫੋਟੋਆਂ ਪਾਈਆਂ ਜਾ ਰਹੀਆਂ ਨੇ, 84 ਦਰਬਾਰ ਸਾਹਿਬ ਤੇ ਅਟੈਕ ਦੀਆਂ ਫੋਟੋਆਂ ਪਾਈ ਜਾ ਰਹੀਆਂ ਨੇ, ਤੇ ਕਿਹਾ ਜਾ ਰਿਹਾ ਵੀ ਸਿੱਖਾਂ ਦੇ ਨਾਲ ਏਦਾਂ ਕੀਤਾ ਸੀ ਕਾਂਗਰਸ ਨੇ। ਦੂਜੇ ਪਾਸੇ ਨਰਿੰਦਰ ਮੋਦੀ ਨਾਲ ਖੜਾ ਕੇ ਜਿਹੜਾ ਕਿ ਸਿੱਖਾਂ ਦੇ ਪ੍ਰਤੀ ਨਰਿੰਦਰ ਮੋਦੀ ਨੇ ਬਹੁਤ ਵਧੀਆ ਕੰਮ ਕੀਤੇ ਆ, ਤੇ ਏਦਾਂ ਦੀਆਂ ਗੱਲਾਂ ਵੀ ਕੀਤੀ ਜਾ ਰਹੀਆਂ ਨੇ। ਪਰ ਲਖੀਮਪੁਰ ਬਾਰੇ 'ਚ ਪੰਜਾਬ ਭਾਜਪਾ ਦੀ ਕੋਈ ਵੀ ਪੋਸਟ ਨਜ਼ਰ ਨਹੀਂ ਆਈ ਉਹਦੇ ਵਿੱਚ।
ਇੱਕ ਵੀ ਪੋਸਟ ਨਹੀਂ ਪਈ ਹੋਈ ਕਿ ਲਖੀਮਪੁਰ ਦੇ ਮਾਮਲੇ ਵਿੱਚ ਕੋਈ ਰੋਸ ਪ੍ਰਗਟਾਇਆ ਹੋਵੇ ਜਾਂ ਕੋਈ ਦੁੱਖ ਪ੍ਰਗਟਾਇਆ ਹੋਵੇ। ਕੋਈ ਵੀ ਐਸੀ ਪੋਸਟ ਸਾਹਮਣੇ ਨਹੀਂ ਜਿੱਥੋਂ ਸਪਸ਼ਟ ਹੁੰਦਾ ਕਿ ਭਾਜਪਾ ਉਸ ਮੁੱਦੇ ਨੂੰ ਖਤਮ ਹੀ ਕਰਨਾ ਚਾਹੁੰਦੀ ਹੈ ਕਿ ਉੱਥੇ ਤਾਂ ਕੋਈ ਕਾਂਡ ਵਾਪਰੇ ਹੀ ਨਹੀਂ। ਸਿੱਖਾਂ ਪ੍ਰਤੀ ਆਪਣਾ ਹੇਜ ਜਤਾ ਰਹੀ ਹੈ ਭਾਜਪਾ। ਦੂਜੀ ਗੱਲ ਇਹ ਆ ਕਿ ਰਕੇਸ਼ ਟਕੈਤ ਹੁਣੀ ਕਹਿੰਦੇ ਆ ਕਿ ਅਸੀਂ ਕੋਈ ਚੁੱਪ ਕਰਕੇ ਬੈਠਣ ਵਾਲੇ ਬੰਦੇ ਨਹੀਂ ਆ। ਤੁਸੀਂ ਜੇਕਰ ਅੰਤਮ ਰਸਮਾਂ ਦਾ ਜਿਹੜਾ ਭੋਗ ਪੈਣਾ, ਭੋਗ ਤੋਂ ਪਹਿਲਾਂ ਅਰੈਸਟ ਨਾ ਕੀਤੇ ਗਏ ਦੋਸ਼ੀ ਤਾਂ ਅਸੀਂ ਭਾਰਤ ਭਰ ਵਿੱਚ ਬੜਾ ਵੱਡਾ ਅੰਦੋਲਨ ਸ਼ੁਰੂ ਕਰਾਂਗੇ ਇਸ ਮੁੱਦੇ ਉੱਤੇ। ਅਸੀਂ ਚੁੱਪ ਰਹਿਣ ਵਾਲੇ ਬੰਦੇ ਨਹੀਂ ਹੈਗੇ। ਤੋ ਇਹ ਗੱਲ ਨੂੰ ਲੈ ਕੇ ਰਕੇਸ਼ ਟਕੈਤ ਨੇ ਵੀ ਗੱਲ ਕੀਤੀ ਹੈ। ਚਲੋ ਚਾਵਲਾ ਸਾਹਿਬ ਚਾਰੇ ਪਾਸੇ ਤੋਂ ਇਸ ਮੁੱਦੇ ਤੇ ਨਿੰਦਿਆ ਵੀ ਹੋ ਰਹੀ ਆ। ਭਾਜਪਾ ਵਾਲੇ ਆਪਣਾ ਬਚਾਓ ਵੀ ਕਰ ਰਹੇ ਆ, ਮੀਡੀਆ ਆਪਣਾ ਰੋਲ ਨਿਭਾ ਰਿਹਾ ਹੈ, ਸਾਰੇ ਪਾਸੇ ਰੋਲ ਨਿਭਾਇਆ ਜਿਹੜਾ ਪਰ ਚੱਲਣ ਵਾਲੇ ਚਲੇ ਗਏ। ਬਿਲਕੁਲ ਸਹੀ ਗੱਲ ਕਹੀ ਤੁਸੀਂ। ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨਜਾਇਜ਼ ਚੱਲਦੀਆਂ ਬੱਸਾਂ ਦੀ ਸੂਚੀ ਤਿਆਰ ਕਰਕੇ ਕਹਿੰਦੇ 8 ਅਕਤੂਬਰ ਨੂੰ ਭੇਜਣ ਦੇ ਹੁਕਮ ਚਾੜਤੇ ਨੇ। ਨਵਾਂ ਕੋਈ ਥਾਣੇਦਾਰ ਲੱਗੇ ਨਾ, ਚੌਂਕੀ ਵੱਡੀ ਹੋਵੇ ਤੇ ਬੜੀ ਤੜਥਲ ਮਚਾਉਂਦਾ, ਸਾਰੇ 10 ਨੰਬਰ ਤਾਂ ਪਹਿਲਾਂ ਇਕੱਠੇ ਕੀਤੇ ਜਾਂਦੇ ਨੇ ਵੀ ਆ ਜਾ ਬਈ। ਉਹ ਭਾਵੇਂ ਚਾਰਾ ਕੰਮ ਹੀ ਕਰਦਾ ਹੋਵੇ, ਪਹਿਲਾਂ ਉਹਨਾਂ ਦੀਆਂ ਹਾਜ਼ਰੀਆਂ ਤੇ ਜਿਹੜੇ ਕੰਮ ਧੰਦੇ ਚਲਾ ਰਹੇ ਹੁੰਦੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਹੁੰਦਾ। ਕੀ ਕਹਿਣਾ ਚਾਹੋਗੇ? ਰਾਜਾ ਵੜਿੰਗ ਕਾਫੀ ਸਖਤ ਚੱਲ ਰਹੇ ਨੇ। ਟਰਾਂਸਪੋਰਟ ਮੰਤਰੀ ਹੈਗੇ ਨੇ, ਪੰਜਾਬ ਦੀਆਂ ਬੱਸਾਂ ਦੇ ਉਹ ਪੂਰੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੇ ਉੱਪਰ ਪੂਰਾ ਨਿਗਰਾਨੀ ਰੱਖ ਰਹੇ ਨੇ। ਸਾਰੇ ਜੀਐਮ ਨੂੰ ਉਹਨਾਂ ਨੇ, ਜਿੰਨੇ ਡਿਸਟ੍ਰਿਕਟ ਜੀਐਮ ਹੈਗੇ, ਡਿਸਟ੍ਰਿਕਟ ਮੈਨੇਜਰ ਹੈਗੇ ਆ, ਸਾਰਿਆਂ ਨੂੰ ਉਹਨਾਂ ਨੇ ਇੱਕ ਈਮੇਲ ਭੇਜ ਕੇ, ਇੱਕ ਲੈਟਰ ਲਿਖ ਕੇ ਭੇਜਿਆ ਕਿ ਤੁਸੀਂ 7 ਤਰੀਕ ਰਾਤ ਨੂੰ 12 ਵਜੇ ਤੱਕ ਤੁਸੀਂ ਆਪਣੀ ਖੋਜਬੀਨ ਕਰੋ ਕਿੱਥੇ ਕਿਹੜੀ ਬੱਸ ਚੱਲਦੀ ਹੈ ਨਜਾਇਜ਼ ਤੌਰ ਤੇ, ਕਿਹੜੀ ਕੰਪਨੀ ਦੀ ਬੱਸ ਹੈਗੀ ਆ, ਵੋਲਵੋ ਹੈਗੀ ਆ ਕਿ ਸਿੰਪਲ ਹੈਗੀ ਆ, ਏਸੀ ਹੈਗੀ ਆ, ਕਿਹੜੀ ਬੱਸ ਹੈਗੀ ਆ। ਟੋਟਲੀ ਬੱਸਾਂ ਦਾ ਵੇਰਵਾ ਮੈਨੂੰ ਨੰਬਰ ਸਮੇਤ, ਮਾਲਕਾਂ ਸਮੇਤ ਤੇ ਬੱਸ ਦੀ ਕਿਸਮ ਸਮੇਤ ਉਹਨੂੰ ਭੇਜੋ। ਤੇ ਇਹ ਜਿਹੜਾ ਕਿ 8 ਤਰੀਕ ਨੂੰ ਸਵੇਰੇ ਮੇਰੇ ਕੋਲ ਪਹੁੰਚ ਜਾਣਾ ਚਾਹੀਦਾ। ਤੇ ਉਸ ਸੰਬੰਧ ਬਾਅਦ ਚ ਆਪਾਂ ਗੱਲ ਕਰਾਂਗੇ ਕਿਵੇਂ ਕਰਨਾ। ਜੇਕਰ ਇਹ ਸਾਰੀ ਪਹੁੰਚ ਜਾਂਦੀ ਹੈ ਫਿਰ ਰਾਜਾ ਵੜਿੰਗ ਸਾਹਿਬ ਕੀ ਕਰਨਗੇ? ਉਹਨਾਂ ਨੂੰ ਬੰਦ ਕਰਨਗੇ। ਜਿੱਦਾਂ ਕਿ ਨਾ ਕੁਝ ਬੱਸ ਸਟੈਂਡਾਂ ਦੇ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਇਹਨਾਂ ਟਰਾਂਸਪੋਰਟ ਨੇ, ਜ਼ਬਰਦਸਤੀ ਖੋਖੇ ਰੱਖੇ ਹੋਏ ਸੀਗੇ ਉੱਥੇ ਰੱਖੇ ਹੁੰਦੇ, ਕਈਆਂ ਤਾਂ ਪੱਕੀ ਦੁਕਾਨ ਮਾਰ ਕੇ, ਪੱਕੀਆਂ ਦੁਕਾਨਾਂ ਮਾਰ ਕੇ ਬੱਸ ਸਟੈਂਡ ਦੇ ਵਿੱਚ ਉਹ ਚਕਾਈਆਂ ਨੇ। ਚਲੋ ਕੀ ਬਾਤ, ਬਹੁਤ ਔਖੀਆਂ ਚਕਾਈਆਂ ਗਈਆਂ ਨੇ, ਪਰ ਚਕਾਈਆਂ ਨੇ ਕੁਝ ਬੱਸ ਸਟੈਂਡ ਦੇ ਵਿੱਚੋਂ। ਚੰਗੀ ਗੱਲ ਹੈ ਚਾਵਲਾ ਸਾਹਿਬ, ਰਾਜਾ ਵੜਿੰਗ ਇਸ ਗੱਲ ਨੂੰ ਲੈ ਕੇ ਤੁਰਦੇ ਨੇ ਕਿਉਂਕਿ ਟਰਾਂਸਪੋਰਟ ਤਾਂ ਪੰਜਾਬ ਦੀ PRT ਸੀਗੀ, ਬੱਸ ਪੰਜਾਬ ਰੋਡਵੇਜ਼ ਤੇ ਪੱਟਾ ਬੈਠਿਆ ਉਹਨਾਂ ਦਾ। ਬੀਬੀਆਂ ਨੂੰ ਫ੍ਰੀ ਕਰਤਾ, ਬੀਬੀਆਂ ਦੀ ਟਿਕਟਾਂ ਹੀ ਤਕਰੀਬਨ ਮੇਰੇ ਖਿਆਲ 'ਚ ਕਰੋੜਾਂ ਰੁਪਈਆ ਬੀਬੀਆਂ ਦੀ ਟਿਕਟਾਂ ਨਹੀਂ ਦਿੱਤੀਆਂ ਗਈਆਂ। ਕਰੋੜਾਂ ਰੁਪਈਆ ਉਹ ਸਰਕਾਰ ਨੂੰ ਦੇਣਾ, ਸਰਕਾਰ ਦੇਏਗੀ PRTC ਬੱਸ ਤੇ ਪੰਜਾਬ ਰੋਡਵੇਜ਼ ਨੂੰ। ਤੇ ਬਾਕੀ ਤਾਂ ਪੱਟਾ ਬਿਠਾਉਣ ਦੇ ਕੰਮ ਕਿਤੇ ਜਿਹੜਾ ਸ਼ਾਇਦ ਰਾਜਾ ਵੜਿੰਗ ਕੁਛ ਐਜਾ ਕਰਦੇ ਹਨ ਜੀ। ਚਲੋ ਵੌਇਸ ਆਫ ਸਿਟੀ 1320 AM ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਔਰ ਸਾਡੇ ਨਾਲ ਕਾਲਰ ਵੀ ਨੇ, ਪਰੰਤੂ ਮੇਰੇ ਖਿਆਲ ਦੇ ਵਿੱਚ ਅੰਜੂ ਜੀ ਵੀ ਪੂਰੀ ਤਿਆਰੀ ਨਾਲ ਬੈਠੇ ਨੇ। ਹਾਂਜੀ ਚਾਵਲਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਇੱਕ ਸਵਾਲ ਸੀ ਜੀ, ਆਪਣੇ ਜਿਹੜਾ ਇੱਥੇ ਯੂਪੀ ਦੇ ਵਿੱਚ ਹੋਇਆ ਘਟਨਾ ਜੀ, ਇਹਨੂੰ ਲੈ ਕੇ ਨਰਿੰਦਰ ਮੋਦੀ ਦਾ ਜਾਂ ਕੈਪਟਨ ਸਾਹਿਬ ਦਾ ਹਾਲੇ ਤੱਕ ਕੋਈ ਟਵੀਟ ਜਾਂ ਬਿਆਨ ਹੈ ਜੀ? ਬਾਕੀਆਂ ਦੇ ਤਕਰੀਬਨ ਆ ਚੁੱਕੇ ਨੇ। ਨਰਿੰਦਰ ਮੋਦੀ ਸਾਹਿਬ ਦਾ ਬਿਆਨ ਤੇ ਕੋਈ ਨਹੀਂ ਆਇਆ, ਪਰ ਇੱਕ ਮੈਂ ਬਿਆਨ ਉਹਨਾਂ ਦੀ ਖਬਰ ਪੜ੍ਹ ਰਿਹਾ ਸੀਗਾ ਕਿ ਅਯੁੱਧਿਆ ਯੂਪੀ ਦੇ ਵਿੱਚ ਜਿੱਥੇ ਦੀਵਾਲੀ ਆ ਤੇ ਦੀਵਾਲੀ ਦੇ ਵਿੱਚ ਹੁਣ ਅਯੁੱਧਿਆ 'ਚ 18 ਲੱਖ ਦੀਵੇ ਜਿਹੜੇ 9000 ਪਰਿਵਾਰ ਬਾਲਣ, ਉਹਦੇ ਨਾਲ ਭਗਵਾਨ ਜੀ ਆਸ਼ੀਰਵਾਦ ਜ਼ਰੂਰ ਦੇਣਗੇ। ਚਲੋ ਇੱਕ ਤਾਂ ਇਹ ਤਾਂ ਆ ਗਈ ਧਾਰਮਿਕ ਆਸਥਾ, ਹਾਂਜੀ, ਪਰ ਇਹਦੇ ਬਾਰੇ ਬਿਆਨ ਆਇਆ ਜਾਂ ਨਹੀਂ ਆਇਆ ਉਹ ਤੁਹਾਨੂੰ ਦੱਸ ਦਿੰਦੇ ਆ ਅਕੀਦਾ ਸਾਹਿਬ, ਪਰ ਕੈਪਟਨ ਸਾਹਿਬ ਦੀ ਚੁੱਪੀ ਇਹਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਕਰ ਰਹੀ ਹੈ। ਹਾਂਜੀ, ਕੈਪਟਨ ਅਮਰਿੰਦਰ ਚੁੱਪ ਰਹਿਣਾ ਬੜੀ ਮਾੜੀ ਗੱਲ। ਚਾਵਲਾ ਸਾਹਿਬ, ਕੈਪਟਨ ਅਮਰਿੰਦਰ ਸਿੰਘ ਦਾ ਚਿਹਰਾ ਨੰਗਾ ਹੁੰਦਾ ਵੀ ਬੰਦਾ ਇਹ ਰਾਜਾ ਸ਼ਾਹੀ ਹੈਗਾ। ਚਲੋ ਉਹਦੀ ਗੱਲ ਛੱਡ ਦਿਓ, ਆਪਾਂ ਉਹਦੀ ਗੱਲ ਫਿਰ ਕਰਾਂਗੇ। ਗੱਲ ਕਰਿਆ ਨਰਿੰਦਰ ਮੋਦੀ ਦੀ, ਭਾਰਤ ਦੇ ਪ੍ਰਧਾਨ ਮੰਤਰੀ ਹੈਗੇ ਆ, ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ, ਨਹੀਂ ਬੋਲੇ। ਰਾਵਣ ਦੀ ਮੌਤ ਤੇ ਰਾਮ ਦੁਖੀ ਹੋਇਆ, ਮਤਲਬ ਕਿ TV ਤੇ ਰਮਾਇਣ ਦਾ ਸੀਰੀਜ਼ ਚੱਲਦਾ ਸੀਗਾ, ਉਹਦਾ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਰਵਿੰਦ ਤ੍ਰਿਵੇਦੀ ਦੀ ਮੌਤ ਹੋ ਗਈ ਹੈ। ਜੀ ਜੀ। ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਬਿਲ ਨੇ ਬੜਾ ਦੁੱਖ ਪ੍ਰਗਟਾਇਆ, ਕਹਿੰਦਾ ਮੇਰਾ ਦੋਸਤ ਸੀਗਾ ਜੀ ਉਹ। ਮਤਲਬ ਕਿ ਰਾਮ ਦਾ ਰੋਲ ਨਿਭਾਉਣ ਵਾਲੇ ਅਰੁਣ ਗੋਬਿਲ ਨੇ ਦੁੱਖ ਮਨਾਇਆ ਕਿ ਮੇਰਾ ਦੋਸਤ ਸੀਗਾ। ਪ੍ਰਧਾਨ ਮੰਤਰੀ ਨੇ ਕੀ ਕੀਤਾ ਇੱਥੇ? ਪ੍ਰਧਾਨ ਮੰਤਰੀ ਨੇ ਕਿਹਾ ਕਿ ਬੜਾ ਵੱਡਾ ਘਾਟਾ ਪਿਆ, ਉਸਨੇ ਰਾਵਣ ਦੇ ਰੋਲ ਨੂੰ ਅਮਰ ਕੀਤਾ। ਜਿਹੜਾ ਤ੍ਰਿਵੇਦੀ ਹੈਗਾ ਅਰਵਿੰਦ ਤ੍ਰਿਵੇਦੀ ਨੇ ਰਾਵਣ ਦੇ ਰੋਲ ਨੂੰ ਅਮਰ ਕੀਤਾ। ਸਾਨੂੰ ਭਾਰਤੀਆਂ ਨੂੰ ਬਹੁਤ ਘਾਟਾ ਪਿਆ। ਇੱਕ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਦਾ ਇੱਕ ਕਿਰਦਾਰ ਵੀ ਡੈਥ ਹੋਈ ਆ, ਮੌਤ ਹੋਈ ਆ, ਉਹਦੇ ਵੀ
ਉਹਨਾਂ ਨੇ ਦੁੱਖ ਪ੍ਰਗਟਾਇਆ ਕਿ ਬੜਾ ਦੁੱਖ ਹੋਇਆ ਮੈਨੂੰ ਕਿ ਇਹਨਾਂ ਦੋ ਕਿਰਦਾਰ, ਦੋ ਕਲਾਕਾਰ ਸਾਡੇ ਤੋਂ ਛੱਡ ਕੇ ਚਲੇ ਗਏ। ਬੜਾ ਹੀ ਦੁੱਖ ਹੋਇਆ ਮੋਦੀ ਜੀ ਨੂੰ। ਪਰ 4 ਕਿਸਾਨ, ਇੱਕ ਪੱਤਰਕਾਰ ਸਮੇਤ 9 ਬੰਦੇ ਲਖੀਮਪੁਰ ਵਿੱਚ ਮਾਰੇ ਗਏ, ਉਹਦਾ ਦੁੱਖ ਨਹੀਂ ਹੋਇਆ ਮੋਦੀ ਜੀ ਨੂੰ। ਉਹਦਾ ਇੱਕ ਵੀ ਸ਼ਬਦ ਨਹੀਂ ਆਇਆ ਚੱਲਦਾ। ਵਿਅੰਗ ਸੀ ਨਾ ਲਲਕਾਰ ਕਿ ਨੀਰੂ ਬੰਸੀ ਨਹੀਂ ਵਜਾਉਂਦਾ, ਨੀਰੂ ਬੰਸੀ ਨਹੀਂ ਵਜਾਉਂਦਾ। ਨਰਿੰਦਰ ਮੋਦੀ ਇਸ ਵਕਤ ਭਾਜਪਾ ਦਾ ਹੈੱਡ ਹੈ, ਪ੍ਰਧਾਨ ਮੰਤਰੀ ਹੈ ਭਾਰਤ ਦੇਸ਼ ਦੇ। ਉਸ ਪਾਰਟੀ ਦੀ ਜਿਹੜੀ ਸਿਸਟਮ ਚਲਾਉਣ ਦੀ ਜਿਹੜੀ ਨੀਤੀ ਹੈ ਉਹਦੇ ਤੇ ਗੱਲ ਹੋ ਰਹੀ ਹੈ, ਨਾ ਕਿ ਕੋਈ ਭਾਰਤ ਦੇ ਅਗੇਂਸਟ। ਕਈ ਲੋਕ ਇਹ ਭਰਮ ਪਾ ਲੈਂਦੇ ਨੇ ਕਿ ਨਰਿੰਦਰ ਮੋਦੀ ਬਾਰੇ ਸਵਾਲ ਕੀਤਾ ਤੇ ਭਾਰਤ ਦੇ ਖਿਲਾਫ ਹੋ ਗਿਆ। ਇੱਥੋਂ ਸੋਚੋ, ਇਹਨੂੰ ਕਹਿੰਦੇ ਆ ਗੁਲਾਮ ਅਵਸਥਾ। ਕਿਸੇ ਲੀਡਰ ਦੇ ਉਪਾਸ਼ਕ ਹੋਣਾ ਡਿਫਰੈਂਟ ਸਟੋਰੀ, ਕਿਸੇ ਲੀਡਰ ਨੂੰ ਚਾਹਣਾ ਡਿਫਰੈਂਟ ਸਟੋਰੀ, ਪਰ ਉਹਦੀਆਂ ਆ ਜਿਹੜੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰ ਲੈਣਾ, ਇਹ ਸਭ ਤੋਂ ਵੱਡੀ ਘਟੀਆਪਣ ਹੋਊਗਾ। ਕਿ ਜੇ ਅੱਜ 2 ਕਲਾਕਾਰ ਚਲੇ ਗਏ ਨੇ, 2 ਕਲਾਕਾਰਾਂ ਨੂੰ ਤਾਂ ਹੈਰਾਨੀ ਹੈ ਕਿ ਉਹਨੇ ਸ਼ਾਹਰੁਖ ਖਾਨ ਦੇ ਮਤਲਬ ਜਿਹੜੇ ਵੱਡੇ ਵੱਡੇ ਨੇਤਾ ਨੇ, ਵੱਡੇ ਵੱਡੇ ਜਿਹੜੇ ਹੋਰ ਲੀਡਰ ਬਿਆਨ ਦੇ ਰਹੇ ਨੇ, ਉਹਨਾਂ ਦਾ ਇਹ 'ਤੇ ਬਿਆਨ ਕਿਉਂ ਨਹੀਂ ਆ ਗਿਆ। 2 ਕਲਾਕਾਰ ਚਲੇ ਗਏ ਨੇ, ਘਾਟਾ ਹੈ, ਠੀਕ ਹੈ, ਕਲਾਕਾਰ ਜਾਣ ਦੇ ਨਾਲ ਜਿਹੜੀ ਇੰਡਸਟਰੀ ਹੈ ਉਹਨੂੰ ਘਾਟਾ ਹੈ, ਪਰ 4 ਕਿਸਾਨ, ਇੱਕ ਪੱਤਰਕਾਰ, ਜਿਸ ਤਰੀਕੇ ਦੇ ਨਾਲ, ਜਿਸ ਨਿਰਮੋਹੀ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਦਰੜ ਦਿੱਤਾ ਗਿਆ, ਉਹਦੇ ਉੱਤੇ ਪ੍ਰਧਾਨ ਮੰਤਰੀ ਦਾ ਕੋਈ ਬਿਆਨ ਨਾ ਆਉਣਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਦੀ ਜਿਹੜੀ ਹੈ ਕਵਰੇਜ ਹੋ ਰਹੀ ਹੈ ਤੇ ਗੂੰਜ ਪੈ ਰਹੀ ਹੈ। ਬੜੇ ਵੱਡੇ ਸਵਾਲ ਖੜੇ ਕਰਦਾ ਹੈ ਉਹ। ਕੈਪਟਨ ਅਮਰਿੰਦਰ ਸਿੰਘ ਕੱਲ ਤੱਕ ਕਿਸਾਨਾਂ ਕੋ ਮੂੰਹ ਮਿੱਠਾ ਕਰਵਾਉਂਦੇ ਸਨ, ਜਲੇਬੀਆਂ ਖਾਂਦੇ ਸਨ, ਅੱਜ ਉਹਨਾਂ ਦੇ ਬੰਦੇ ਚਲੇ ਗਏ ਨੇ, ਸ਼ਹੀਦ ਹੋ ਗਏ, ਉੱਤੇ ਚੁੱਪੀ ਉਹਨਾਂ ਦੀ ਬੜੇ ਸਵਾਲ ਪੈਦਾ ਕਰਦੀ ਹੈ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।